Press the bell icon on the YouTube app and never miss another update. ਸਾਰਿਆਂ ਨੂੰ ਜੈ ਮਸੀਹ ਦੀ। ਪਰਮੇਸ਼ਵਰ ਦਾ ਧੰਨਵਾਦ ਹੈ। ਇੱਕ ਵਾਰ ਫੇਰ ਅਸੀਂ ਪਰਮੇਸ਼ਵਰ ਦੇ ਪਵਿੱਤਰ ਵਚਨ ਦੇ ਦੁਆਰਾ ਤੁਹਾਡੇ ਸਨਮੁਖ ਹਾਜ਼ਰ ਹੋਏ ਹਾਂ। ਪਰਮੇਸ਼ਵਰ ਦਾ ਧੰਨਵਾਦ ਕਰਦੇ ਹਾਂ ਕਿ ਤੁਸੀਂ ਅੱਜ ਪਰਮੇਸ਼ਵਰ ਦੇ ਵਚਨ ਸੁਣਨ ਜਾ ਰਹੇ ਹੋ ਔਰ ਸੱਚਮੁੱਚ ਪਰਮੇਸ਼ਵਰ ਦਾ ਵਚਨ ਸਾਡੇ ਪੈਰਾਂ ਲਈ ਦੀਪਕ ਤੇ ਸਾਡੇ ਰਾਹਾਂ ਦਾ ਚਾਨਣ ਹੈ। ਮੈਂ ਵਿਸ਼ਵਾਸ ਕਰਦਾ ਕਿ ਪਿਛਲੇ ਸਾਰੇ ਜਿੰਨੇ ਹੁਣ ਤੱਕ ਤੁਸੀਂ ਪ੍ਰਭੂ ਦੇ ਵਚਨਾਂ ਨੂੰ ਸੁਣ ਚੁੱਕੇ ਹੋ, ਤੁਸੀਂ ਬਹੁਤ ਆਸ਼ੀਸ਼ ਪਾਈ ਹੈ ਔਰ ਸੱਚਮੁੱਚ ਮੈਂ ਧੰਨਵਾਦ ਕਰਦਾ ਪਰਮੇਸ਼ਵਰ ਦਾ ਜੋ ਸਮੇਂ-ਸਮੇਂ ਤੇ ਆਪਣੇ ਵਚਨ ਦੇ ਦੁਆਰਾ ਸਾਡੀ ਅਗਵਾਈ ਕਰਦਾ ਹੈ। ਸੋ ਪਰਮੇਸ਼ਵਰ ਦੇ ਸ਼ੁਕਰਗੁਜ਼ਾਰ ਹਾਂ ਅੱਜ ਦੇ ਵਚਨ ਦੇ ਲਈ ਜੋ ਪਰਮੇਸ਼ਵਰ ਨੇ ਸਾਨੂੰ ਦਿੱਤਾ ਹੈ। ਆਓ ਅਸੀਂ ਪਰਮੇਸ਼ਵਰ ਦੇ ਵਚਨ ਤੇ ਧਿਆਨ ਕਰੀਏ। ਪਰਮੇਸ਼ਵਰ ਦਾ ਵਚਨ ਯਹੋਸ਼ੂਆ ਦੀ ਕਿਤਾਬ ਦੇ ਵਿੱਚੋਂ ਉਹਦੇ 3 ਅਧਿਆਇ ਦੀ 7 ਆਇਤ ਦੇ ਵਿੱਚੋਂ ਅਸੀਂ ਪੜ੍ਹਾਂਗੇ, ਜਿੱਥੇ ਬਹੁਤ ਹੀ ਖੂਬਸੂਰਤੀ ਦੇ ਨਾਲ ਪਰਮੇਸ਼ਵਰ ਦਾ ਵਚਨ ਸਾਨੂੰ ਕੁਝ ਸਿਖਾਉਂਦਾ ਹੈ। ਆਓ ਅਸੀਂ ਇਸ ਵਚਨ ਤੇ ਧਿਆਨ ਦੇਈਏ। ਤਦ ਯਹੋਵਾ ਨੇ ਯਹੋਸ਼ੂਆ ਨੂੰ ਆਖਿਆ, ਅੱਜ ਦੇ ਦਿਨ ਮੈਂ ਸਾਰੇ ਇਜ਼ਰਾਈਲ ਦੇ ਵੇਖਦਿਆਂ ਤੈਨੂੰ ਵਡਿਆਈ ਦੇਣ ਦਾ ਆਰੰਭ ਕਰਾਂਗਾ। ਇਸ ਲਈ ਭਾਈ ਉਹ ਜਾਣਨ ਕਿ ਜਿਵੇਂ ਮੈਂ ਮੂਸਾ ਦੇ ਸੰਗ ਸੀ ਤਿਵੇਂ ਮੈਂ ਤੇਰੇ ਸੰਗ ਵੀ ਰਹਾਂਗਾ। ਹਾਲੇਲੂਇਆ। ਪ੍ਰਭੂ ਦੇ ਨਾਮ ਦੀ ਮਹਿਮਾ ਹੋਵੇ। ਮੇਰੇ ਭੈਣੋ ਭਰਾਵੋ, ਪਰਮੇਸ਼ਵਰ ਦਾ ਵਚਨ ਬਹੁਤ ਹੀ ਸਫਾਈ ਦੇ ਨਾਲ ਇਸ ਜਗ੍ਹਾ ਤੇ ਦੱਸਦਾ ਹੈ ਕਿ ਪਰਮੇਸ਼ਵਰ ਨੇ ਇੱਕ ਅਲੱਗ ਤਰ੍ਹਾਂ ਦੇ ਇੱਕ ਮਹਾਨਤਾ ਦੇ ਨਾਲ ਪਰਮੇਸ਼ਵਰ ਨੇ ਆਪਣੇ ਲੋਕਾਂ ਨੂੰ ਆਸ਼ੀਸ਼ਿਤ ਕੀਤਾ। ਔਰ ਜਗ੍ਹਾ ਤੇ ਜਦੋਂ ਯਹੋਸ਼ੂਆ ਨੂੰ ਪਰਮੇਸ਼ਵਰ ਨੇ ਆਸ਼ੀਸ਼ ਦਿੱਤੀ ਤਾਂ ਬਾਈਬਲ ਸਾਨੂੰ ਦੱਸਦੀ ਹੈ ਕਿ ਪਰਮੇਸ਼ਵਰ ਨੇ ਕਿਹਾ ਕਿ ਯਹੋਸ਼ੂਆ ਮੈਂ ਤੈਨੂੰ ਸਮਸਤ ਇਜ਼ਰਾਈਲ ਦੇ ਸਾਹਮਣੇ ਸੱਚਮੁੱਚ ਹੁਣ ਵਡਿਆਈ ਦੇਵਾਂਗਾ। ਔਰ ਬਾਈਬਲ ਦੱਸਦੀ ਹੈ ਕਿ ਪਰਮੇਸ਼ਵਰ ਨੇ ਇਹ ਇਸ ਲਈ ਕੀਤਾ ਤਾਂ ਕਿ ਸਾਰਾ ਹੀ ਇਜ਼ਰਾਈਲ ਜਾਣ ਲਵੇ ਕਿ ਪਰਮੇਸ਼ਵਰ ਯਹੋਸ਼ੂਆ ਦੇ ਨਾਲ ਹੈ। ਸੋ ਜਿੰਨੇ ਜਣੇ ਤੁਸੀਂ ਅੱਜ ਪਰਮੇਸ਼ਵਰ ਦੇ ਵਚਨ ਨੂੰ ਸੁਣ ਰਹੇ ਹੋ ਤਾਂ ਧਿਆਨ ਦਿਓ ਇਸ ਗੱਲ ਤੇ ਕਿ ਪਰਮੇਸ਼ਵਰ ਆਪਣੇ ਲੋਕਾਂ ਨੂੰ ਕਿਉਂ ਇਸ ਤਰ੍ਹਾਂ ਦੀ ਇੱਕ ਅਲੱਗ ਆਸ਼ੀਸ਼ ਦਿੰਦਾ ਹੈ। ਉਸ ਦਾ ਕੀ ਕਾਰਨ ਹੈ? ਪਰਮੇਸ਼ਵਰ ਦੇ ਵਚਨ ਦੇ ਵਿੱਚ ਇਹ ਸਾਨੂੰ ਸਪਸ਼ਟ ਹੁੰਦਾ ਹੈ ਕਿ ਪਰਮੇਸ਼ਵਰ ਇਸ ਲਈ ਦਿੰਦਾ ਹੈ ਤਾਂ ਕਿ ਸਭ ਲੋਕ ਜਾਣਨ ਕਿ ਪਰਮੇਸ਼ਵਰ ਆਪਣੇ ਲੋਕਾਂ ਦੇ ਨਾਲ ਹੈ। ਹਾਲੇਲੂਇਆ। ਪ੍ਰਭੂ ਦਾ ਵਚਨ ਦੱਸਦਾ ਹੈ ਕਿ ਪਰਮੇਸ਼ਵਰ ਨੇ ਯਹੋਸ਼ੂਆ ਨੂੰ ਆਸ਼ੀਸ਼ਿਤ ਕੀਤਾ ਔਰ ਪਰਮੇਸ਼ਵਰ ਦਾ ਵਚਨ ਕਹਿੰਦਾ ਹੈ, ਫੋਰ ਐਗਜ਼ਾਮਪਲ ਜਿਵੇਂ ਇੱਥੇ ਮੂਸਾ ਦਾ ਜ਼ਿਕਰ ਵੀ ਆਇਆ ਹੈ, ਪਰਮੇਸ਼ਵਰ ਦੇ ਵਚਨ ਦੇ ਵਿੱਚ ਜਦੋਂ ਪਰਮੇਸ਼ਵਰ ਨੇ ਮੂਸਾ ਨੂੰ ਆਸ਼ੀਸ਼ਿਤ ਕੀਤਾ ਤਾਂ ਪ੍ਰਭੂ ਦਾ ਵਚਨ ਸਾਨੂੰ ਕੁਝ ਸਿਖਾਉਂਦਾ ਹੈ। ਤਾਂ ਉਸ ਜਗ੍ਹਾ ਤੇ ਅਸੀਂ ਧਿਆਨ ਦੇਵਾਂਗੇ। ਡਿਟਰੋਨੋਮੀ ਦੀ ਕਿਤਾਬ ਜਾਣੀ ਕਿ ਵਿਵਸਥਾ ਸਾਰ ਦੀ ਜਿਹੜੀ ਕਿਤਾਬ ਹੈ ਉਸ ਦੇ ਵਿੱਚ ਉਸ ਦੇ 34 ਅਧਿਆਇ ਦੀ 10 ਆਇਤ ਤੋਂ ਲੈ ਕੇ 12 ਆਇਤ ਤੱਕ ਪਰਮੇਸ਼ਵਰ ਦਾ ਵਚਨ ਇਸ ਜਗ੍ਹਾ ਤੇ ਬਿਆਨ ਕਰਦਾ ਹੈ। ਆਪਾਂ ਉਸ ਤੇ ਧਿਆਨ ਦੇਵਾਂਗੇ, ਪੜ੍ਹਾਂਗੇ 10 ਤੋਂ ਲੈ ਕੇ 12 ਆਇਤ ਤੱਕ। ਤਾਂ ਇਜ਼ਰਾਈਲ ਵਿੱਚ ਫਿਰ ਕੋਈ ਨਬੀ ਮੂਸਾ ਵਰਗਾ ਨਹੀਂ ਉੱਠਿਆ ਜਿਹਨੂੰ ਯਹੋਵਾ ਮੂੰਹ ਦਰ ਮੂੰਹ ਜਾਣਦਾ ਸੀ। ਇਹਨਾਂ ਸਾਰਿਆਂ ਨਿਸ਼ਾਨਾਂ ਅਚਰਜ ਕੰਮਾਂ ਵਿਖੇ ਜਿਹੜੇ ਯਹੋਵਾ ਨੇ ਉਹਨੂੰ ਮਿਸਰ ਦੇਸ਼ ਵਿੱਚ ਫਿਰੌਨ ਉਸ ਦੇ ਸਾਰੇ ਟਹਿਲੂਆਂ ਅਤੇ ਉਹਦੇ ਸਾਰੇ ਦੇਸ਼ ਲਈ ਵਿਖਾਣ ਨੂੰ ਘੱਲਿਆ ਅਤੇ ਉਸ ਸਾਰੇ ਬਲਵੰਤ ਹੱਥ ਅਤੇ ਉਹਦੇ ਸਾਰੇ ਵੱਡੇ ਭੈ ਦੇ ਵਿਖੇ ਜਿਹੜਾ ਮੂਸਾ ਨੇ ਸਾਰੇ ਇਜ਼ਰਾਈਲੀਆਂ ਦੇ ਵੇਖਦਿਆਂ ਵਿਖਾਇਆ। ਹਾਲੇਲੂਇਆ। ਪ੍ਰਭੂ ਦਾ ਵਚਨ ਦੱਸਦਾ ਹੈ ਕਿ ਪਰਮੇਸ਼ਵਰ ਨੇ ਜਦੋਂ ਮੂਸਾ ਨੂੰ ਆਸ਼ੀਸ਼ਿਤ ਕੀਤਾ, ਇਸੇ ਤਰ੍ਹਾਂ ਜਿਸ ਤਰ੍ਹਾਂ ਪਰਮੇਸ਼ਵਰ ਨੇ ਯਹੋਸ਼ੂਆ ਨਾਲ ਵਾਅਦਾ ਕੀਤਾ ਹੈ ਕਿ ਮੈਂ ਤੇਰੇ ਨਾਲ ਰਵਾਂਗਾ। ਅੱਜ ਦੇ ਸਮੇਂ ਦੇ ਵਿੱਚ ਪਰਮੇਸ਼ਵਰ ਨੇ ਜਿਸ ਤਰ੍ਹਾਂ ਅਸੀਂ ਵਚਨ 'ਚੋਂ ਪੜ੍ਹਿਆ ਹੈ, ਬਹੁਤ ਜਗ੍ਹਾ ਤੇ ਅਸੀਂ ਦੇਖਦੇ ਹਾਂ ਸਾਰੇ ਇਸ ਗੱਲ ਦਾ ਵਿਸ਼ਵਾਸ ਕਰਦੇ ਨੇ ਕਿ ਜਿਵੇਂ ਪਰਮੇਸ਼ਵਰ ਮੂਸਾ ਦੇ ਨਾਲ ਸੀ, ਜਿਵੇਂ ਪਰਮੇਸ਼ਵਰ ਯਹੋਸ਼ੂਆ ਦੇ ਨਾਲ ਸੀ, ਅੱਜ ਉਹ ਪਰਮੇਸ਼ਵਰ ਸਾਡੇ ਨਾਲ ਹੈ। ਪਰਮੇਸ਼ਵਰ ਨੇ ਇਸ ਜਗ੍ਹਾ ਤੇ ਕਿਹਾ ਹੈ ਕਿ ਯਹੋਸ਼ੂਆ ਮੈਂ ਤੇਰੇ ਨਾਲ ਰਵਾਂਗਾ ਔਰ ਤੈਨੂੰ ਵਡਿਆਈ ਦੇਵਾਂਗਾ। ਇਹਦਾ ਮਤਲਬ ਕੀ ਹੈ? ਧਿਆਨ ਦਿਓ, ਇੱਥੇ ਇੱਕ ਖਾਸ ਤਰ੍ਹਾਂ ਦੀ ਪਰਮੇਸ਼ਵਰ ਉਸ ਨੂੰ ਇੱਕ ਸੁਪਰਨੈਚੁਰਲ ਪਾਵਰ ਦੇ ਨਾਲ, ਇੱਕ ਅਲੌਕਿਕ ਸ਼ਕਤੀ ਦੇ ਨਾਲ ਭਰਦਾ ਹੈ। ਮੇਰੇ ਭੈਣੋ ਭਰਾਵੋ, ਤੁਸੀਂ ਅੱਜ ਉਸ ਸ਼ਕਤੀ ਤੋਂ ਵਾਂਝੇ ਨਹੀਂ ਹੋ। ਪਰਮੇਸ਼ਵਰ ਨੇ ਤੁਹਾਨੂੰ ਉਹ ਸੁਪਰਨੈਚੁਰਲ ਜਿਹੜੀ ਇੱਕ ਬਲੈਸਿੰਗ ਹੈ, ਪਰਮੇਸ਼ਵਰ ਦੀ ਜਿਹੜੀ ਅਲੌਕਿਕ ਸਮਰਥ ਹੈ, ਉਹ ਤੁਹਾਡੇ ਜੀਵਨਾਂ ਦੇ ਵਿੱਚ ਪਹਿਲਾਂ ਹੀ ਪਰਮੇਸ਼ਵਰ ਨੇ ਭਰ ਦਿੱਤੀ ਹੈ। ਪਰਮੇਸ਼ਵਰ ਦਾ ਵਚਨ ਇਸ ਜਗ੍ਹਾ ਤੇ ਜਦੋਂ ਗੱਲ ਕਰਦਾ ਹੈ ਕਿ ਮੈਂ ਤੈਨੂੰ ਵਡਿਆਈ ਦੇਵਾਂਗਾ, ਧਿਆਨ ਦਿਓ ਪਰਮੇਸ਼ਵਰ ਇਸ ਜਗ੍ਹਾ ਤੇ ਇੱਕ ਸਪੈਸ਼ਲ ਕੁਆਲਿਟੀ ਦੀ ਗੱਲ ਕਰਦਾ ਹੈ।
ਪਰਮੇਸ਼ਵਰ ਨੇ ਯਹੋਸ਼ੂਆ ਨੂੰ ਇੱਕ ਸਪੈਸ਼ਲ ਕੁਆਲਿਟੀ ਦੇ ਨਾਲ ਭਰਿਆ, ਇੱਕ ਕੁਆਲਿਟੀ ਦਿੱਤੀ ਜਿਹੜੀ ਉਹਦੇ ਅੰਦਰ ਨਜ਼ਰ ਆ ਰਹੀ ਹੈ, ਇੱਕ ਵਿਸ਼ੇਸ਼ਤਾ, ਇੱਕ ਖਾਸੀਅਤ ਨਜ਼ਰ ਆ ਰਹੀ ਹੈ। ਜੇ ਅਸੀਂ ਕਹੀਏ ਕਿ ਅਸੀਂ ਐਵੇਂ ਹੀ ਗੱਲਾਂ ਕਰਦੇ ਰਹੀਏ ਕਿ ਪਰਮੇਸ਼ਵਰ ਸਾਡੇ ਨਾਲ ਹੈ, ਪਰ ਇੱਕ ਸਪੈਸ਼ਲਿਟੀ ਜਿਹੜੀ ਪਰਮੇਸ਼ਵਰ ਆਪਣੇ ਲੋਕਾਂ ਦੇ ਅੰਦਰ ਵੇਖਣਾ ਚਾਹੁੰਦਾ ਤੇ ਭਰਦਾ ਹੈ, ਜੇ ਉਹ ਨਜ਼ਰ ਨਹੀਂ ਆਉਂਦੀ ਤਾਂ ਫਿਰ ਅਸੀਂ ਆਪਣੀ ਦੁਨੀਆ ਨੂੰ ਆਸ਼ੀਸ਼ਿਤ ਨਹੀਂ ਕਰ ਸਕਦੇ ਹਾਂ। ਧਿਆਨ ਦਿਓ, ਮੈਂ ਚਾਹੁੰਦਾ ਕਿ ਤੁਸੀਂ ਇਸ ਵਚਨ ਨੂੰ ਦੇਖੋ ਕਿ ਪਰਮੇਸ਼ਵਰ ਤੁਹਾਡੇ ਦੁਆਰਾ ਪੂਰੇ ਸੰਸਾਰ ਦੇ ਵਿੱਚ ਆਪਣੀ ਉਸ ਆਸ਼ੀਸ਼ ਨੂੰ ਪ੍ਰਗਟ ਕਰਨਾ ਚਾਹੁੰਦਾ ਹੈ। ਪਰਮੇਸ਼ਵਰ ਚਾਹੁੰਦਾ ਹੈ ਕਿ ਤੁਸੀਂ ਉਸ ਅਲੌਕਿਕ ਸਮਰਥ ਦੇ ਨਾਲ, ਕੁਆਲਿਟੀ ਦੇ ਨਾਲ ਭਰ ਜਾਓ ਅਤੇ ਪਰਮੇਸ਼ਵਰ ਤੁਹਾਡੇ ਦੁਆਰਾ ਇਸ ਪੂਰੀ ਦੁਨੀਆ ਨੂੰ ਆਸ਼ੀਸ਼ਿਤ ਕਰੇ। ਹਾਲੇਲੂਇਆ। ਪਰਮੇਸ਼ਵਰ ਚਾਹੁੰਦਾ ਹੈ ਕਿ ਤੁਹਾਡੇ ਦੁਆਰਾ ਤੁਹਾਡੇ ਆਪਣੇ ਇਲਾਕਿਆਂ ਦੇ ਵਿੱਚ, ਜਿੱਥੇ ਪਰਮੇਸ਼ਵਰ ਤੁਹਾਨੂੰ ਰੱਖਦਾ ਹੈ, ਜਿੱਥੇ ਤੁਹਾਨੂੰ ਭੇਜਦਾ ਹੈ, ਪਰਮੇਸ਼ਵਰ ਇੱਕ ਅਨੋਖੀ ਸਾਮਰਥ ਦੇ ਨਾਲ, ਇੱਕ ਸੁਪਰਨੈਚੁਰਲ ਵਿਜ਼ਡਮ ਦੇ ਨਾਲ, ਮਤਲਬ ਉਸ ਸਮਝ ਤੇ ਗਿਆਨ ਦੇ ਨਾਲ, ਇੱਕ ਅਲੌਕਿਕ ਸ਼ਕਤੀ ਦੇ ਨਾਲ ਭਰ ਕੇ ਪਰਮੇਸ਼ਵਰ ਤੁਹਾਨੂੰ ਇਸਤੇਮਾਲ ਕਰੇਗਾ। ਪਰਮੇਸ਼ਵਰ ਦਾ ਸਾਡੇ ਨਾਲ ਹੋਣ ਦਾ ਕਿਵੇਂ ਪਤਾ ਚੱਲਦਾ ਹੈ? ਮੇਰੇ ਭੈਣੋ ਭਰਾਵੋ, ਇਹ ਗੱਲ ਸਾਨੂੰ ਸੋਚਣ ਦੀ ਜ਼ਰੂਰਤ ਹੈ, ਵਿਚਾਰ ਕਰਨ ਦੀ ਜ਼ਰੂਰਤ ਹੈ। ਜਦੋਂ ਪਰਮੇਸ਼ਵਰ ਆਖਦਾ ਕਿ ਮੈਂ ਜਿਵੇਂ ਮੂਸਾ ਦੇ ਨਾਲ ਸੀ, ਮੈਂ ਯਹੋਸ਼ੂਆ ਹੁਣ ਤੇਰੇ ਨਾਲ ਰਵਾਂਗਾ, ਤੇ ਪਰਮੇਸ਼ਵਰ ਸਾਡੇ ਨਾਲ ਤੇ ਤੁਹਾਡੇ ਨਾਲ ਵਾਅਦਾ ਕਰਦਾ ਹੈ ਕਿ ਸੰਸਾਰ ਦੇ ਅੰਤ ਤੱਕ ਮੈਂ ਸਦਾ ਤੁਹਾਡੇ ਨਾਲ ਹਾਂ। ਸੋ ਪਰਮੇਸ਼ਵਰ ਦੀ ਬਾਣੀ ਦੇ ਵਿੱਚ ਲਿਖਿਆ, ਜਦੋਂ ਪਰਮੇਸ਼ਵਰ ਮੂਸਾ ਦੇ ਨਾਲ ਸੀ ਤਾਂ ਪਰਮੇਸ਼ਵਰ ਨੇ ਮੂਸਾ ਦੇ ਨਾਲ ਰਹਿ ਕੇ ਵੱਡੇ ਵੱਡੇ ਚਮਤਕਾਰ ਔਰ ਅਜੀਬ ਤੇ ਅਚੰਭੇ ਕੰਮਾਂ ਦੇ ਦੁਆਰਾ ਆਪਣੀ ਹਜ਼ੂਰੀ ਨੂੰ ਪ੍ਰਗਟ ਕੀਤਾ। ਪਰਮੇਸ਼ਵਰ ਨੇ ਉਸ ਜਗ੍ਹਾ ਤੇ ਪ੍ਰਗਟ ਕੀਤਾ ਕਿ ਮੈਂ ਤੁਹਾਡੇ ਨਾਲ ਹਾਂ। ਤੁਸੀਂ ਸਭ ਜਾਣਦੇ ਹੋ ਕਿ ਇਜ਼ਰਾਈਲ ਕਿਹੜੀਆਂ ਮੁਸ਼ਕਲਾਂ ਚੋਂ ਗੁਜ਼ਰਿਆ। 40 ਸਾਲ ਪਰਮੇਸ਼ਵਰ ਉਹਨਾਂ ਨੂੰ ਇਹ ਸਿਖਾਉਂਦਾ ਰਿਹਾ ਕਿ ਮੈਂ ਤੁਹਾਡੇ ਨਾਲ ਹਾਂ। ਪਰਮੇਸ਼ਵਰ ਨੇ ਅਜੀਬ ਤੇ ਅਚੰਭੇ ਕੰਮ ਵਿਖਾਏ। ਜਦੋਂ ਪਰਮੇਸ਼ਵਰ ਦਾ ਵਚਨ ਸਾਨੂੰ ਦੱਸਦਾ ਹੈ ਕਿ ਇਜ਼ਰਾਈਲ ਦੇ ਲੋਕ ਜਦੋਂ ਮਿਸਰ ਦੇ ਵਿੱਚ ਸਨ, ਪਰਮੇਸ਼ਵਰ ਨੇ ਵੱਡੇ ਵੱਡੇ ਚਿੰਨ੍ਹ ਚਮਤਕਾਰਾਂ ਦੇ ਦੁਆਰਾ ਆਪਣੀ ਹਜ਼ੂਰੀ ਨੂੰ ਪ੍ਰਗਟ ਕੀਤਾ। ਔਰ ਬਾਈਬਲ ਸਾਨੂੰ ਦੱਸਦੀ ਹੈ ਕਿ ਸਾਰੇ ਲੋਕ ਜਾਣ ਗਏ ਸਨ ਕਿ ਪਰਮੇਸ਼ਵਰ ਮੂਸਾ ਦੇ ਨਾਲ ਹੈ। ਹਾਲੇਲੂਇਆ। ਸੋ ਪਰਮੇਸ਼ਵਰ ਸਾਡੇ ਨਾਲ ਹੈ ਤਾਂ ਇਹ ਕਿਵੇਂ ਪਤਾ ਚੱਲਦਾ ਹੈ? ਪਰਮੇਸ਼ਵਰ ਦੇ ਉਹਨਾਂ ਅਨੋਖੇ ਕੰਮਾਂ ਦੇ ਦੁਆਰਾ ਜੋ ਪਰਮੇਸ਼ਵਰ ਸਾਡੇ ਨਾਲ ਰਹਿ ਕੇ ਕਰਦਾ ਹੈ। ਪਰਮੇਸ਼ਵਰ ਦੀ ਸਮਝ, ਪਰਮੇਸ਼ਵਰ ਦੀ ਸਾਮਰਥ, ਪਰਮੇਸ਼ਵਰ ਦਾ ਗਿਆਨ ਤੇ ਬੁੱਧ, ਪਰਮੇਸ਼ਵਰ ਦੀ ਅਲੌਕਿਕ ਸਾਮਰਥ ਜਿਹੜੀ ਸਾਡੇ ਗਿਆਨ ਤੋਂ ਵੀ ਪਰੇ ਹੈ। ਜਦੋਂ ਪਰਮੇਸ਼ਵਰ ਦੀ ਸਾਮਰਥ ਸਾਡਿਆਂ ਦੁਰਬਲ ਦੇਹਾਂ ਵਿੱਚ ਪਵਿੱਤਰ ਆਤਮਾ ਦੇ ਦੁਆਰਾ ਪ੍ਰਗਟ ਹੁੰਦੀ ਹੈ ਤੇ ਪਰਮੇਸ਼ਵਰ ਆਪਣੇ ਕੰਮਾਂ ਦੇ ਦੁਆਰਾ ਪ੍ਰਗਟ ਕਰਦਾ ਹੈ ਕਿ ਮੈਂ ਤੁਹਾਡੇ ਨਾਲ ਹਾਂ। ਜਾਣਦੇ ਹੋ, ਪਰਮੇਸ਼ਵਰ ਜਦੋਂ ਸਾਡੇ ਨਾਲ ਹੈ, ਬੇਸ਼ੱਕ ਸਾਰਾ ਸੰਸਾਰ ਸਾਨੂੰ ਛੱਡ ਦੇਵੇ, ਬੇਸ਼ੱਕ ਸਾਡੇ ਆਪਣੇ ਵੀ ਸਾਨੂੰ ਨਾ ਪੁੱਛਣ, ਸਾਡੇ ਆਪਣੇ ਵੀ ਲੋਕ ਸਾਡੇ ਤੋਂ ਮੂੰਹ ਫੇਰ ਜਾਣ, ਤੁਸੀਂ ਜਾਣਦੇ ਹੋ, ਪਰ ਜੇ ਪਰਮੇਸ਼ਵਰ ਤੁਹਾਡੇ ਨਾਲ ਹੈ, ਸਾਡੇ ਨਾਲ ਹੈ, ਤਾਂ ਉਹਦੀ ਹਜ਼ੂਰੀ ਪ੍ਰਗਟ ਕਰਦਾ ਹੈ ਪਰਮੇਸ਼ਵਰ ਆਪਣੇ ਕੰਮਾਂ ਦੇ ਦੁਆਰਾ। ਤੁਸੀਂ ਖੜੇ ਹੋਵੋਗੇ, ਚਾਹੇ ਤੁਹਾਡਾ ਕੋਈ ਵੀ ਉਠਾਉਣ ਵਾਲਾ ਨਾ ਹੋਵੇ, ਪਰ ਪਰਮੇਸ਼ਵਰ ਜਿਹਨੂੰ ਉਠਾਉਂਦਾ ਹੈ ਉਹਨੂੰ ਕੋਈ ਵੀ ਗਿਰਾ ਨਹੀਂ ਸਕਦਾ। ਚਾਹੇ ਤੁਹਾਡਾ ਕੋਈ ਸਾਥ ਦੇਵੇ ਜਾਂ ਨਾ ਦੇਵੇ, ਪਰ ਜਦੋਂ ਪਰਮੇਸ਼ਵਰ ਤੁਹਾਡਾ ਸਾਥ ਦੇਣ ਵਾਲਾ ਹੈ ਤਾਂ ਤੁਹਾਡੀ ਸਹਾਇਤਾ ਪਰਮੇਸ਼ਵਰ ਦੇ ਦੁਆਰਾ ਹੁੰਦੀ ਹੈ। ਪਰਮੇਸ਼ਵਰ ਤੁਹਾਨੂੰ ਇਸਤੇਮਾਲ ਕਰਨਾ ਚਾਹੁੰਦਾ ਹੈ ਪੂਰੇ ਸੰਸਾਰ ਦੇ ਵਾਸਤੇ ਇੱਕ ਆਸ਼ੀਸ਼ ਦੇ ਰੂਪ ਦੇ ਵਿੱਚ। ਹਾਲੇਲੂਇਆ। ਯਹੋਸ਼ੂਆ ਦੇ ਨਾਲ ਰਹਿ ਕੇ ਪਰਮੇਸ਼ਵਰ ਨੇ ਇਸ ਹਜ਼ੂਰੀ ਨੂੰ ਪ੍ਰਗਟ ਕੀਤਾ। ਯਹੋਸ਼ੂਆ ਨੂੰ ਆਖਿਆ ਸੀ ਕਿ ਮੈਂ ਤੇਰੇ ਨਾਲ ਰਵਾਂਗਾ ਔਰ ਸੱਚਮੁੱਚ ਤੇਰੇ ਉੱਤੇ ਮੈਂ ਵਡਿਆਈ ਨੂੰ ਪ੍ਰਗਟ ਕਰਾਂਗਾ, ਇਜ਼ਰਾਈਲ ਜਾਣ ਲਵੇਗਾ। ਹਾਲੇਲੂਇਆ। ਪ੍ਰਭੂ ਦੀ ਮਹਿਮਾ ਹੋਵੇ ਕਿ ਪਰਮੇਸ਼ਵਰ ਆਪਣੇ ਲੋਕਾਂ ਦੇ ਨਾਲ ਰਹਿੰਦਾ ਹੈ। ਖੁਸ਼ੀ ਦੀ ਗੱਲ ਹੈ ਮੇਰੇ ਭੈਣੋ ਭਰਾਵੋ, ਜਿੰਨੇ ਤੁਸੀਂ ਮੈਨੂੰ ਸੁਣ ਰਹੇ ਹੋ, ਅੱਜ ਇਹ ਮੈਸੇਜ, ਇਹ ਸੁਨੇਹਾ ਤੁਸੀਂ ਉਹਨਾਂ ਸਾਰੇ ਭੈਣਾਂ ਭਰਾਵਾਂ ਤੱਕ ਵੀ ਜ਼ਰੂਰ ਪਹੁੰਚਾਓ ਜਿਹੜੇ ਲੋਕ ਨਿਰਾਸ਼ਾ ਦੇ ਵਿੱਚ ਨੇ, ਜਿਹੜੇ ਪਰੇਸ਼ਾਨੀਆਂ ਦੇ ਵਿੱਚ ਨੇ, ਜਿਹੜੇ ਸਮੱਸਿਆਵਾਂ ਦੇ ਵਿੱਚ ਨੇ। ਅੱਜ ਉਹਨਾਂ ਨੂੰ ਇਹ ਗੱਲ ਜਾਣਨ ਦੀ ਲੋੜ ਹੈ ਕਿ ਜੇ ਪਰਮੇਸ਼ਵਰ ਤੁਹਾਡੇ ਨਾਲ ਹੋਵੇਗਾ ਤਾਂ ਉਹ ਤੁਹਾਨੂੰ ਸਾਰੀਆਂ ਮੁਸ਼ਕਲਾਂ ਚੋਂ ਬਾਹਰ ਕੱਢ ਲੈ ਆਵੇਗਾ ਔਰ ਪਰਮੇਸ਼ਵਰ ਤੁਹਾਡੇ ਦੁਆਰਾ ਆਪਣੀ ਆਸ਼ੀਸ਼ ਨੂੰ ਪੂਰੇ ਸੰਸਾਰ ਤੇ ਪ੍ਰਗਟ ਕਰੇਗਾ ਕਿ ਮੈਂ ਪਰਮੇਸ਼ਵਰ ਕਦੀ ਨਾ ਛੱਡਣ ਵਾਲਾ ਪਰਮੇਸ਼ਵਰ ਹਾਂ। ਹਾਲੇਲੂਇਆ। ਪ੍ਰਭੂ ਦੀ ਸਤੁਤੀ ਹੋਵੇ ਕਿ ਪਰਮੇਸ਼ਵਰ ਆਪਣੇ ਲੋਕਾਂ ਨੂੰ ਕਦੀ ਛੱਡਦਾ ਨਹੀਂ, ਕਦੀ ਭੁੱਲਦਾ ਨਹੀਂ। ਫੋਰ ਐਗਜ਼ਾਮਪਲ ਦੇ ਤੌਰ ਤੇ ਬਾਈਬਲ ਦੇ ਵਿੱਚ ਜਦੋਂ ਅਸੀਂ ਇਸਹਾਕ ਦੇ ਬਾਰੇ ਪੜ੍ਹਦੇ ਹਾਂ ਤਾਂ ਇਸਹਾਕ ਦੇ ਬਾਰੇ ਵੀ ਬਹੁਤ ਅੱਛੇ ਤਰੀਕੇ ਦੇ ਨਾਲ ਲਿਖਿਆ ਗਿਆ ਹੈ। ਅਸੀਂ ਬਾਈਬਲ ਖੋਲਾਂਗੇ ਔਰ ਆਵਾਂਗੇ ਅਸੀਂ ਉਤਪਤੀ ਦੀ ਕਿਤਾਬ ਦੇ ਵਿੱਚ। ਉਤਪਤ ਦੀ ਕਿਤਾਬ, ਜਿਨ੍ਹਾਂ ਕੋਲ ਵੀ ਬਾਈਬਲ ਹੈ, ਉਹਦਾ 26 ਅਧਿਆਏ ਤੇ ਉਹਦੀ 13 ਅਤੇ 14 ਆਇਤ ਨੂੰ
ਅਸੀਂ ਬਾਈਬਲ ਦੇ ਵਿੱਚੋਂ ਪੜ੍ਹਾਂਗੇ। ਇਸ ਜਗ੍ਹਾ ਤੇ ਕੁਝ ਇਸ ਤਰ੍ਹਾਂ ਲਿਖਿਆ ਹੈ, ਸੋ ਉਹ ਮਨੁੱਖ ਵੱਧਦਾ ਗਿਆ ਔਰ ਵੱਧਦਾ ਚਲਾ ਗਿਆ, ਉਹ ਅਤ ਵੱਡਾ ਹੋ ਗਿਆ, ਤਾਂ ਉਹ ਭੇਡਾਂ ਬੱਕਰੀਆਂ ਔਰ ਗਾਈਆਂ ਬਲਦਾਂ ਔਰ ਬਹੁਤ ਸਾਰੇ ਟਹਿਲੂਆਂ ਦਾ ਮਾਲਕ ਹੋ ਗਿਆ ਅਤੇ ਫਲੀਸਤੀ ਉਸ ਤੋਂ ਸੜਨ ਲੱਗੇ। ਹਾਲੇਲੂਇਆ। ਪ੍ਰਭੂ ਦਾ ਧੰਨਵਾਦ ਹੈ। ਇਸ ਵਚਨ ਤੇ ਇੱਕ ਵਾਰ ਫੇਰ ਧਿਆਨ ਦਿਓ। ਵਚਨ ਸਾਨੂੰ ਕੀ ਦੱਸਦਾ ਹੈ ਕਿ ਜਦੋਂ ਪਰਮੇਸ਼ਵਰ ਨੇ ਇਸਹਾਕ ਨੂੰ ਬਰਕਤ ਦਿੱਤੀ ਤਾਂ ਪਰਮੇਸ਼ਵਰ ਨੇ ਕਿਸ ਤਰ੍ਹਾਂ ਉਸ ਨੂੰ ਆਸ਼ੀਸ਼ਿਤ ਕੀਤਾ। ਜਦੋਂ ਪਰਮੇਸ਼ਵਰ ਇਸਹਾਕ ਦੇ ਨਾਲ ਸੀ ਤਾਂ ਪਰਮੇਸ਼ਵਰ ਨੇ ਇਸਹਾਕ ਦੇ ਨਾਲ ਕਿਸ ਤਰ੍ਹਾਂ ਆਪਣੀ ਆਸ਼ੀਸ਼ ਨੂੰ ਪ੍ਰਗਟ ਕੀਤਾ ਔਰ ਪਰਮੇਸ਼ਵਰ ਨੇ ਕਿਸ ਤਰ੍ਹਾਂ ਪ੍ਰਗਟ ਕੀਤਾ ਕਿ ਉਹ ਇਸਹਾਕ ਦੇ ਨਾਲ ਹੈ। ਪਰਮੇਸ਼ਵਰ ਨੇ ਉਹਨਾਂ ਕੰਮਾਂ ਦੇ ਦੁਆਰਾ ਜੋ ਇਸਹਾਕ ਦੇ ਨਾਲ ਹੋਏ ਸਨ ਆਪਣੀ ਹਜ਼ੂਰੀ ਨੂੰ ਪ੍ਰਗਟ ਕੀਤਾ। ਪਰਮੇਸ਼ਵਰ ਨੇ ਪ੍ਰਗਟ ਕੀਤਾ ਕਿ ਮੈਂ ਇਸਹਾਕ ਦੇ ਨਾਲ ਹਾਂ। ਇਸਹਾਕ ਨੇ ਜਦੋਂ ਬੀਜ ਬੀਜਿਆ, ਬਾਈਬਲ ਸਾਨੂੰ ਦੱਸਦੀ ਹੈ ਕਿ ਉਸੇ ਸਾਲ ਪਰਮੇਸ਼ਵਰ ਨੇ ਉਹਨੂੰ ਆਸ਼ੀਸ਼ ਦਿੱਤੀ ਔਰ ਜਦੋਂ ਆਸ਼ੀਸ਼ ਦਿੱਤੀ ਤਾਂ ਇਸ ਜਗ੍ਹਾ ਤੇ ਲਿਖਿਆ ਕਿ ਉਹ ਵੱਧਦਾ ਗਿਆ ਤੇ ਵੱਧਦਾ ਹੀ ਗਿਆ। ਅੱਜ ਮੈਂ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਤੁਹਾਡੇ ਲਈ ਇਹ ਪ੍ਰੋਫੈਸੀ ਕਰਦਾ, ਤੁਹਾਡੇ ਲਈ ਇਹ ਭਵਿੱਖਬਾਣੀ ਕਰਦਾ ਜਿੰਨੇ ਤੁਸੀਂ ਵਚਨ ਨੂੰ ਸੁਣ ਰਹੇ ਹੋ। ਅਗਰ ਤੁਸੀਂ ਵਿਸ਼ਵਾਸ ਕਰਦੇ ਹੋ ਕਿ ਪਰਮੇਸ਼ਵਰ ਤੁਹਾਡੇ ਨਾਲ ਹੈ ਔਰ ਪਰਮੇਸ਼ਵਰ ਤੁਹਾਡੇ ਦੁਆਰਾ ਤੁਹਾਡੇ ਘਰਾਣਿਆਂ ਨੂੰ, ਤੁਹਾਡੇ ਆਲੇ ਦੁਆਲੇ ਨੂੰ, ਪਰਮੇਸ਼ਵਰ ਤੁਹਾਡੇ ਨੇਸ਼ਨ ਨੂੰ ਆਸ਼ੀਸ਼ਿਤ ਕਰਨ ਜਾ ਰਿਹਾ ਹੈ, ਤਾਂ ਤੁਸੀਂ ਵਿਸ਼ਵਾਸ ਕਰੋ ਔਰ ਅੱਜ ਤੋਂ ਤੁਸੀਂ ਇਸ ਵਚਨ ਦੇ ਅਨੁਸਾਰ ਆਪਣੀ ਜ਼ਿੰਦਗੀ ਦੇ ਵਿੱਚ ਆਪਣੇ ਆਪ ਨੂੰ ਪਰਮੇਸ਼ਵਰ ਦੀ ਹਜ਼ੂਰੀ ਦੇ ਵਿੱਚ ਵਧਦਿਆਂ ਵੇਖੋਗੇ ਤੇ ਪਰਮੇਸ਼ਵਰ ਦੀ ਹਜ਼ੂਰੀ ਤੁਹਾਡੇ ਨਾਲ ਰਹਿ ਕੇ ਅਦਭੁਤ ਕੰਮਾਂ ਨੂੰ ਪ੍ਰਗਟ ਕਰੇਗੀ। ਹਾਲੇਲੂਇਆ। ਪ੍ਰਭੂ ਦੇ ਨਾਮ ਦੀ ਮਹਿਮਾ ਹੋਵੇ। ਚਾਹੇ ਤੁਹਾਡੇ ਕੋਲ ਅੱਜ ਕੁਝ ਵੀ ਨਹੀਂ, ਪਰਮੇਸ਼ਵਰ ਤੁਹਾਨੂੰ ਬੇਸ਼ੱਕ ਜ਼ੀਰੋ ਤੋਂ ਸ਼ੁਰੂ ਕਰਨ ਜਾ ਰਿਹਾ ਹੈ, ਪਰ ਯਾਦ ਰੱਖੋ ਕਿ ਪਰਮੇਸ਼ਵਰ ਦਾ ਕੋਈ ਵੀ ਵਚਨ ਪ੍ਰਭਾਵ ਰਹਿਤ ਨਹੀਂ ਹੁੰਦਾ। ਬਾਈਬਲ 'ਚ ਲਿਖਿਆ ਹੈ ਕਿ ਹਰ ਇੱਕ ਵਚਨ ਪ੍ਰਭਾਵਸ਼ਾਲੀ ਹੈ। ਪਰਮੇਸ਼ਵਰ ਦੇ ਵਚਨਾਂ ਦੇ ਵਿੱਚ ਬੜਾ ਪ੍ਰਭਾਵ ਹੈ। ਪਰਮੇਸ਼ਵਰ ਨੇ ਆਪਣੇ ਵਚਨ 'ਚੋਂ ਅੱਜ ਜਿਹੜਾ ਸਾਨੂੰ ਸੁਨੇਹਾ ਦਿੱਤਾ ਹੈ ਕਿ ਤੁਹਾਨੂੰ ਪਰਮੇਸ਼ਵਰ ਬਲੈਸ ਕਰੇਗਾ ਤਾਂ ਕਿ ਤੁਸੀਂ ਪੂਰੇ ਆਪਣੇ ਸੰਸਾਰ ਨੂੰ ਕੀ ਕਰ ਸਕੋ, ਆਪਣੇ ਪੂਰੇ ਸੰਸਾਰ ਨੂੰ ਬਲੈਸ ਕਰ ਸਕੋ ਆਪਣੀ ਗ੍ਰੇਟਨੈਸ ਦੇ ਨਾਲ, ਕਿਉਂਕਿ ਪਰਮੇਸ਼ਵਰ ਤੁਹਾਨੂੰ ਗ੍ਰੇਟਨੈਸ ਦੇ ਰਿਹਾ ਹੈ। ਹਾਲੇਲੂਇਆ। ਪ੍ਰਭੂ ਦੀ ਸਤੁਤੀ ਹੋਵੇ। ਪਰਮੇਸ਼ਵਰ ਦੇ ਵਚਨ 'ਚ ਲਿਖਿਆ ਹੈ ਕਿ ਜਦੋਂ ਪਰਮੇਸ਼ਵਰ ਨੇ ਦਾਊਦ ਨੂੰ ਆਸ਼ੀਸ਼ ਦਿੱਤੀ, ਅਸੀਂ ਜ਼ਿਆਦਾ ਵਚਨਾਂ ਦੇ ਵਿੱਚ ਰਵਾਂਗੇ ਔਰ ਪਰਮੇਸ਼ਵਰ ਦੇ ਵਚਨ ਤੇ ਧਿਆਨ ਦੇਵਾਂਗੇ ਕਿ ਪਰਮੇਸ਼ਵਰ ਨੇ ਕਿਸ ਤਰ੍ਹਾਂ ਦਾਊਦ ਨੂੰ ਆਸ਼ੀਸ਼ ਦਿੱਤੀ। ਪਰਮੇਸ਼ਵਰ ਨੇ ਉਸ ਨੂੰ ਆਸ਼ੀਸ਼ ਦਿੱਤੀ, ਉਹਨੂੰ ਗ੍ਰੇਟ ਬਣਾਇਆ, ਉਹਨੂੰ ਮਹਾਨ ਬਣਾਇਆ, ਉਹਨੂੰ ਅਨੋਇੰਟਿੰਗ ਦਿੱਤੀ। ਪਰਮੇਸ਼ਵਰ ਨੇ ਉਹਦੇ ਤੇ ਮਸਾ ਆਪਣਾ ਰੱਖਿਆ ਔਰ ਪਰਮੇਸ਼ਵਰ ਨੇ ਉਹਨੂੰ ਇੱਕ ਆਤਮਾ ਦੇ ਨਾਲ, ਇੱਕ ਸਪਿਰਿਟ ਦੇ ਨਾਲ ਇੰਨਾ ਅਨੋਇੰਟ ਕਰ ਦਿੱਤਾ ਕਿ ਪਰਮੇਸ਼ਵਰ ਨੇ ਉਹਨੂੰ ਸ਼ਾਨਦਾਰ ਚੀਜ਼ਾਂ ਦਾ ਪ੍ਰਧਾਨ ਬਣਾ ਦਿੱਤਾ। ਪਰਮੇਸ਼ਵਰ ਦਾ ਧੰਨਵਾਦ ਹੈ ਕਿ ਪਰਮੇਸ਼ਵਰ ਨੇ ਉਸ ਬੱਚੇ ਜੈ ਦੇ ਦੁਆਰਾ ਉਸ ਵੱਡੇ ਗੋਲੀਅਤ ਨੂੰ ਵੀ ਮਾਰ ਮੁਕਾਇਆ ਸੀ, ਕਿਉਂਕਿ ਪਰਮੇਸ਼ਵਰ ਦਾਊਦ ਦੇ ਨਾਲ ਸੀ। ਹਾਲੇਲੂਇਆ। ਪਰਮੇਸ਼ਵਰ ਦਾਊਦ ਦੇ ਨਾਲ ਹੈ। ਕਿਵੇਂ ਪਤਾ ਚੱਲਿਆ? ਕਿਵੇਂ ਪਤਾ ਲੱਗਿਆ ਕਿ ਦਾਊਦ ਦੇ ਨਾਲ ਪਰਮੇਸ਼ਵਰ ਹੈ? ਤੁਸੀਂ ਸਭ ਜਾਣਦੇ ਹੋ ਕਿ ਇੱਕ ਨਿੱਕੇ ਜਿਹੇ ਦਾਊਦ ਨੇ ਜਦੋਂ ਹਜੇ ਉਹ ਬੱਚਾ ਹੀ ਸੀ, ਜਦੋਂ ਉਹ ਕਿਸ਼ੋਰ ਅਵਸਥਾ ਦੇ ਵਿੱਚ ਹੀ ਸੀ, ਤਾਂ ਬਾਈਬਲ ਸਾਨੂੰ ਦੱਸਦੀ ਹੈ ਕਿ ਉਸ ਨੇ ਇੱਕ ਵੱਡੇ ਰਾਖਸ਼ ਨੂੰ, ਮਤਲਬ ਕਿ ਉਸ ਗੋਲੀਅਤ ਨੂੰ ਮਾਰ ਮੁਕਾਇਆ। ਸੋ ਬਾਈਬਲ ਸਾਨੂੰ ਦੱਸਦੀ ਹੈ ਕਿ ਉਹ ਇਸ ਤਰ੍ਹਾਂ ਕਰਕੇ ਪਰਮੇਸ਼ਵਰ ਦੀ ਹਜ਼ੂਰੀ ਉਹਦੇ ਨਾਲ ਸੀ। ਉਹ ਕਿਸ ਤਰ੍ਹਾਂ ਇੱਕ ਚਰਵਾਹੇ ਤੋਂ ਇਜ਼ਰਾਈਲ ਦਾ ਰਾਜਾ ਬਣ ਗਿਆ। ਪਰਮੇਸ਼ਵਰ ਜਦੋਂ ਆਪਣੇ ਲੋਕਾਂ ਦੇ ਨਾਲ ਹੁੰਦਾ ਹੈ ਤਾਂ ਪਰਮੇਸ਼ਵਰ ਆਪਣੇ ਕੰਮਾਂ ਦੇ ਦੁਆਰਾ, ਆਪਣੇ ਅਦਭੁਤ ਕੰਮਾਂ ਦੇ ਦੁਆਰਾ, ਆਪਣੀ ਹਜ਼ੂਰੀ ਦੇ ਦੁਆਰਾ ਪ੍ਰਗਟ ਕਰਦਾ ਹੈ ਕਿ ਮੈਂ ਤੁਹਾਡੇ ਨਾਲ ਹਾਂ। ਸੋ ਪਰਮੇਸ਼ਵਰ ਅੱਜ ਸਾਡੇ ਨਾਲ ਹੈ। ਯਿਸੂ ਮਸੀਹ ਦੇ ਨਾਮ ਦਾ ਅਰਥ ਵੀ ਇਹੋ ਹੀ ਹੈ ਕਿ ਪਰਮੇਸ਼ਵਰ ਸਾਡੇ ਸੰਗ। ਸੋ ਪ੍ਰਭੂ ਦੀ ਸਤੁਤੀ ਹੋਵੇ, ਪਰਮੇਸ਼ਵਰ ਦੀ ਮਹਿਮਾ ਹੋਵੇ। ਪਰਮੇਸ਼ਵਰ ਦੇ ਪਿਆਰਿਓ, ਅੱਜ ਮੈਂ ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਤੁਹਾਨੂੰ ਇਸ ਗੱਲ ਦੀ ਚੁਣੌਤੀ ਦਿੰਦਾ ਕਿ ਤੁਸੀਂ ਇਸ ਗੱਲ ਨੂੰ ਆਪਣੇ ਦਿਲ ਵਿੱਚ ਇੱਕ ਅੱਗ ਵਾਂਗੂ, ਸੱਚਮੁੱਚ ਇੱਕ ਅੱਗ ਵਾਂਗੂ ਭਰ ਲਓ ਕਿ ਪਰਮੇਸ਼ਵਰ ਤੁਹਾਡੇ ਨਾਲ ਹੈ। ਤੁਹਾਨੂੰ ਡਰਨ ਦੀ, ਤੁਹਾਨੂੰ ਘਬਰਾਉਣ ਦੀ ਬਿਲਕੁਲ ਵੀ ਜ਼ਰੂਰਤ ਨਹੀਂ ਹੈ। ਪਰਮੇਸ਼ਵਰ ਨੇ ਤੁਹਾਨੂੰ ਇੱਕ ਸੁਪਰਨੈਚੁਰਲ ਪਾਵਰ ਦਿੱਤੀ ਹੈ। ਪਰਮੇਸ਼ਵਰ ਦੀ ਅਲੌਕਿਕ ਸਾਮਰਥ ਤੁਹਾਡੇ ਨਾਲ ਹੈ। ਪਰਮੇਸ਼ਵਰ ਦਾ ਇੱਕ ਅਨੋਖਾ ਵਿਜ਼ਡਮ ਜਿਹੜਾ, ਉਸ ਦਾ ਗਿਆਨ, ਉਸ ਦੀ ਸਮਝ ਤੁਹਾਡੇ ਨਾਲ ਹੈ। ਪਰਮੇਸ਼ਵਰ ਆਪਣੇ ਲੋਕਾਂ ਨੂੰ ਆਸ਼ੀਸ਼ ਦੇਵੇਗਾ। ਬੇਸ਼ੱਕ ਅੱਜ ਦੇ ਇਸ ਦੌਰ ਦੇ ਵਿੱਚ
ਬਹੁਤ ਸਾਰੇ ਲੋਕ ਆਪਣੇ ਲਾਸ ਦੇ ਵੱਲ ਦੇਖ ਰਹੇ ਨੇ ਕਿ ਮੈਂ ਲਾਸ ਦੇ ਵਿੱਚ ਜਾਂ ਮੈਂ ਘਾਟੇ 'ਚ ਜਾ ਰਿਹਾ। ਕਈ ਲੋਕ ਅੱਜ ਗੱਲਾਂ ਕਰ ਰਹੇ ਨੇ ਕਿ ਫਲਾਣੀ ਕੰਟਰੀ, ਮੈਂ ਕਿਸੇ ਕੰਟਰੀ ਦੇ ਬਾਰੇ ਨਾਮ ਲੈ ਕੇ ਨਹੀਂ ਬੋਲਾਂਗੇ ਕਿ ਉਹ ਕੰਟਰੀ ਡਾਊਨ ਜਾ ਰਹੀ ਹੈ, ਕਿਸ ਦੀ ਆਰਥਿਕ ਸਥਿਤੀ ਡਾਊਨ ਜਾ ਰਹੀ ਹੈ, ਕਿਸ ਦੀ ਅਪ ਜਾ ਰਹੀ ਹੈ। ਪਰ ਮੈਂ ਤੁਹਾਨੂੰ ਇਹ ਦੱਸਣਾ ਚਾਹੁੰਦਾ ਕਿ ਖੁਦਾ ਅਗਰ ਸਾਡੇ ਨਾਲ ਹੈ, ਉਹ ਪਰਮੇਸ਼ਵਰ ਅਗਰ ਸਾਡੇ ਨਾਲ ਹੈ, ਕਿਸੇ ਵੀ ਕੰਟਰੀ ਦੇ ਵਿੱਚ ਤੁਸੀਂ ਰਹਿੰਦੇ ਹੋਵੋ, ਪਰਮੇਸ਼ਵਰ ਤੁਹਾਡੀ ਕੰਟਰੀ ਨੂੰ ਆਸ਼ੀਸ਼ਿਤ ਕਰੇਗਾ ਤੁਹਾਡੇ ਦੁਆਰਾ। ਪਰਮੇਸ਼ਵਰ ਤੁਹਾਡੀਆਂ ਪ੍ਰਾਰਥਨਾਵਾਂ ਦੇ ਦੁਆਰਾ ਔਰ ਆਪਣੀ ਹਜ਼ੂਰੀ ਦੇ ਚਿੰਨ੍ਹ ਔਰ ਚਮਤਕਾਰਾਂ ਦੇ ਦੁਆਰਾ, ਆਪਣੀ ਸਾਮਰਥ ਦੇ ਦੁਆਰਾ ਤੁਹਾਡੀ ਕੰਟਰੀ ਨੂੰ ਆਸ਼ੀਸ਼ਿਤ ਕਰੇਗਾ, ਕਿਉਂਕਿ ਤੁਸੀਂ ਸੰਸਾਰ ਦੇ ਲਈ ਆਸ਼ੀਸ਼ ਦਾ ਕਾਰਨ ਹੋਣ ਵਾਸਤੇ ਸੱਦੇ ਗਏ ਹੋ। ਤਾਂ ਅਸੀਂ ਦੇਖਦੇ ਹਾਂ ਕਿ ਦਾਨੀਏਲ ਦੇ ਬਾਰੇ ਤੁਹਾਡਾ ਕੀ ਵਿਚਾਰ, ਤੁਸੀਂ ਦਾਨੀਏਲ ਦੇ ਬਾਰੇ ਵੀ ਬਾਈਬਲ ਦੇ ਵਿੱਚੋਂ ਜਾਣਦੇ ਹੋ ਕਿ ਪਰਮੇਸ਼ਵਰ ਕਿਸ ਪ੍ਰਕਾਰ ਦਾਨੀਏਲ ਦੇ ਬਾਰੇ ਗੱਲ ਕਰਦਾ ਹੈ। ਅਸੀਂ ਦੇਖਾਂਗੇ ਪਰਮੇਸ਼ਵਰ ਦੇ ਵਚਨ ਦੇ ਵਿੱਚ ਦਾਨੀਏਲ ਦੀ ਕਿਤਾਬ 6 ਅਧਿਆਏ, ਦਾਨੀਏਲ ਦਾ 6 ਅਧਿਆਏ ਜਿਨ੍ਹਾਂ ਕੋਲ ਬਾਈਬਲ ਹੈ, ਦਾਨੀਏਲ ਦੇ 6 ਅਧਿਆਏ ਦੇ ਵਿੱਚ ਤੇ ਉਹਦੀ 3 ਆਇਤ ਦੇ ਵਿੱਚ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਇਸ ਪ੍ਰਕਾਰ ਲਿਖਿਆ ਹੈ, ਇੱਕ ਚੰਗਾ ਆਤਮਾ ਦਾਨੀਏਲ ਦੇ ਵਿੱਚ ਸੀ, ਇਸ ਕਰਕੇ ਉਹਨੂੰ ਮਨਸਬਦਾਰਾਂ ਤੇ ਪ੍ਰਧਾਨਾਂ ਨਾਲੋਂ ਵਡਿਆਈ ਮਿਲੀ ਅਤੇ ਰਾਜੇ ਨੇ ਚਾਹਿਆ ਭਾਈ ਉਹਨੂੰ ਸਾਰੇ ਰਾਜ ਉੱਤੇ ਮੁਖਤਿਆਰ ਕਰੇ। ਹਾਲੇਲੂਇਆ, ਪ੍ਰਭੂ ਦੇ ਨਾਮ ਦੀ ਮਹਿਮਾ ਹੋਵੇ, ਕਿਉਂਕਿ ਇਸ ਜਗ੍ਹਾ ਤੇ ਪਰਮੇਸ਼ਰ ਦੇ ਵਚਨ 'ਚ ਲਿਖਿਆ ਹੈ ਕਿ ਦਾਨੀਏਲ ਦੇ ਅੰਦਰ ਇੱਕ ਉੱਤਮ ਆਤਮਾ ਸੀ। ਪੰਜਾਬੀ ਦੀ ਬਾਈਬਲ ਦੇ ਵਿੱਚ ਕੁਝ ਤਰ੍ਹਾਂ ਲਿਖਿਆ ਚੰਗਾ ਆਤਮਾ। ਸੋ ਪਰਮੇਸ਼ਵਰ ਆਪਣੇ ਲੋਕਾਂ ਨੂੰ ਜਦੋਂ ਆਪਣੇ ਆਤਮਾ ਦੇ ਦੁਆਰਾ ਭਰਦਾ ਹੈ, ਆਤਮਾ ਦੇ ਦੁਆਰਾ ਆਸ਼ੀਸ਼ ਦਿੰਦਾ ਹੈ, ਤਾਂ ਪਰਮੇਸ਼ਵਰ ਇਸੇ ਤਰ੍ਹਾਂ ਕਰਦਾ ਹੈ। ਦਾਨੀਏਲ ਕਿਸ ਹਾਲਾਤ ਵਿੱਚ ਗਿਆ ਸੀ ਤੁਸੀਂ ਸਭ ਜਾਣਦੇ ਹੋ, ਸਾਰਿਆਂ ਨੂੰ ਪਤਾ ਹੈ ਜੋ ਪਰਮੇਸ਼ਰ ਦੇ ਵਚਨ ਨੂੰ ਜਾਣਦੇ ਨੇ। ਜਿਹੜੇ ਨਹੀਂ ਜਾਣਦੇ ਉਹਨਾਂ ਨੂੰ ਵੀ ਮੈਂ ਦੱਸ ਦੇਣਾ ਚਾਹੁੰਦਾ ਹਾਂ ਕਿ ਸ਼ਦਰਕ, ਮੇਸ਼ਕ ਤੇ ਅਬਦਨਗੋ ਤੇ ਦਾਨੀਏਲ ਇਹ ਗੁਲਾਮੀ ਦੀ ਦਸ਼ਾ ਵਿੱਚ ਗਏ ਸਨ, ਪਰ ਪਰਮੇਸ਼ਰ ਦਾ ਧੰਨਵਾਦ ਹੋਵੇ ਕਿ ਪਰਮੇਸ਼ਰ ਆਪਣੇ ਲੋਕਾਂ ਨੂੰ ਆਸ਼ੀਸ਼ ਦੇਣਾ ਜਾਣਦਾ ਹੈ। ਉਸ ਜਗ੍ਹਾ ਤੇ ਜਿੱਥੇ ਦਾਨੀਏਲ ਸੀ, ਦਾਨੀਏਲ ਇੱਕ ਗੁਲਾਮੀ ਦੀ ਹਾਲਾਤ ਵਿੱਚ ਗਿਆ ਸੀ, ਲੇਕਿਨ ਪਰਮੇਸ਼ਰ ਦਾ ਵਚਨ ਦੱਸਦਾ ਕਿ ਉਸ ਦੇ ਅੰਦਰ ਇੱਕ ਉੱਤਮ ਆਤਮਾ ਸੀ, ਇੱਕ ਚੰਗਾ ਆਤਮਾ ਸੀ। ਤਾਂ ਮੇਰੇ ਭੈਣੋ ਭਰਾਵੋ, ਮੈਂ ਤੁਹਾਡੇ ਤੋਂ ਪੁੱਛਦਾ ਕਿ ਤੁਹਾਡੇ ਕੋਲ ਜਦੋਂ ਪਵਿੱਤਰ ਆਤਮਾ ਹੈ ਤਾਂ ਕੀ ਤੁਹਾਡੇ ਅੰਦਰ ਇੱਕ ਉੱਤਮ ਆਤਮਾ ਨਹੀਂ ਹੈ? ਕੀ ਤੁਹਾਡੇ ਅੰਦਰ ਪਰਮੇਸ਼ਰ ਦੀ ਸਾਮਰਥ ਨਹੀਂ ਹੈ? ਜਦੋਂ ਪਰਮੇਸ਼ਰ ਦੀ ਸਾਮਰਥ ਤੇ ਉੱਤਮ ਆਤਮਾ ਦਾਨੀਏਲ ਦੇ ਕੋਲ ਸੀ ਤਾਂ ਬਾਈਬਲ ਦੱਸਦੀ ਹੈ ਕਿ ਪਰਮੇਸ਼ਰ ਨੇ ਕਿਸ ਪ੍ਰਕਾਰ ਉਹਦੇ ਦੁਸ਼ਮਣਾਂ ਦੇ ਵਿੱਚ ਵੀ ਉਸ ਨੂੰ ਉੱਚਾ ਕੀਤਾ ਤੇ ਰਾਜੇ ਦੀ ਨਜ਼ਰ ਵਿੱਚ ਦਾਨੀਏਲ ਨੇ ਕਿਰਪਾ ਪਾਈ। ਬਾਈਬਲ 'ਚ ਲਿਖਿਆ ਹੈ ਕਿ ਪਰਮੇਸ਼ਰ ਨੇ ਕਿਸ ਪ੍ਰਕਾਰ ਦਾਨੀਏਲ ਨੂੰ ਉੱਚਾ ਕੀਤਾ। ਅਗਰ ਤੁਸੀਂ ਪੜ੍ਹਨਾ ਚਾਹੋ ਤਾਂ ਇੱਕ ਵਾਰ ਫੇਰ ਇਸ ਵਚਨ ਤੇ ਧਿਆਨ ਦੇ ਕੇ ਦੇਖੋ। ਦਾਨੀਏਲ ਦੀ ਕਿਤਾਬ 6 ਦੀ 3 ਆਇਤ ਬਿਆਨ ਕਰਦੀ ਹੈ ਕਿ ਕਿਸ ਪ੍ਰਕਾਰ ਸਾਰਿਆਂ ਉਹਨਾਂ ਲੋਕਾਂ ਨਾਲੋਂ, ਮਨਸਬਦਾਰਾਂ ਦੇ ਪ੍ਰਧਾਨਾਂ ਨਾਲੋਂ ਦਾਨੀਏਲ ਨੂੰ ਵਡਿਆਈ ਮਿਲੀ ਅਤੇ ਰਾਜ ਨੇ ਚਾਹਿਆ ਜੋ ਉਹਨੂੰ ਸਾਰੇ ਰਾਜ ਉੱਤੇ ਕੀ ਦੇਵੇ? ਮੁਖਤਿਆਰ। ਮੁਖਤਿਆਰ ਦਾ ਮਤਲਬ ਜਾਣਦੇ ਹੋ ਕਿ ਉਹ ਮੁਖਤਿਆਰ ਕਰੇ, ਉਹ ਸਾਰੀਆਂ ਚੀਜ਼ਾਂ ਦੇ ਉੱਤੇ ਪ੍ਰਧਾਨ ਹੋਵੇ। ਸੋ ਪਰਮੇਸ਼ਵਰ ਦਾ ਧੰਨਵਾਦ ਹੈ ਕਿ ਪਰਮੇਸ਼ਵਰ ਆਪਣੇ ਲੋਕਾਂ ਨੂੰ ਜਦੋਂ ਆਸ਼ੀਸ਼ ਦੇਣਾ ਚਾਹੁੰਦਾ ਹੈ, ਤੁਸੀਂ ਜਾਣਦੇ ਹੋ ਕਿ ਇਹ ਇੱਕ ਰੁਤਬਾ ਨਹੀਂ ਹੈ। ਅੱਜ ਪ੍ਰਧਾਨਗੀ ਦੀ ਗੱਲ ਨਹੀਂ ਮੈਂ ਕਰ ਰਿਹਾ ਤੁਹਾਡੇ ਨਾਲ, ਮੈਂ ਇੱਕ ਗੱਲ ਕਰ ਰਿਹਾ ਕਿ ਜਦੋਂ ਪਰਮੇਸ਼ਵਰ ਨੇ ਦਾਨੀਏਲ ਨੂੰ ਆਸ਼ੀਸ਼ਿਤ ਕੀਤਾ ਤਾਂ ਦਾਨੀਏਲ ਨੂੰ ਉਸ ਦੇਸ਼ ਦੇ ਵਿੱਚ ਵੀ ਉਹਨਾਂ ਸਭ ਲੋਕਾਂ ਦੇ ਲਈ ਇੱਕ ਬਰਕਤ ਦਾ ਕਾਰਨ ਠਹਿਰਾਇਆ। ਸੋ ਤੁਸੀਂ ਜਾਣਦੇ ਹੋ ਕਿ ਇਸ ਵਕਤ ਪਰਮੇਸ਼ਵਰ ਨੇ ਦਾਨੀਏਲ ਨੂੰ ਨਹੀਂ, ਇਸ ਵਕਤ ਪਰਮੇਸ਼ਵਰ ਨੇ ਆਪਣੇ ਪ੍ਰੇਮੀਆਂ ਨੂੰ ਅਰਥਾਤ ਤੁਹਾਨੂੰ ਤੇ ਸਾਨੂੰ ਆਪਣੇ ਉੱਤਮ ਆਤਮਾ ਨਾਲ ਇਸ ਲਈ ਭਰਿਆ ਹੈ ਕਿ ਅਸੀਂ ਆਪਣੇ ਨੇਸ਼ਨ ਦੇ ਲਈ, ਅਸੀਂ ਦੇਸ਼ ਦੇ ਲਈ, ਅਸੀਂ ਆਪਣੇ ਸੰਸਾਰ ਦੇ ਲਈ ਬਰਕਤ ਦਾ ਕਾਰਨ ਬਣੀਏ। ਸੋ ਬਾਈਬਲ ਸਾਨੂੰ ਬਹੁਤ ਖੂਬਸੂਰਤੀ ਨਾਲ ਦੱਸਦੀ ਹੈ ਕਿ ਕਿਸ ਪ੍ਰਕਾਰ ਪਰਮੇਸ਼ਰ ਨੇ ਉਹਨੂੰ ਮਹਾਨ ਬਣਾਇਆ ਤੇ ਉਸ ਮਹਾਨਤਾ ਦੇ ਨਾਲ ਪਰਮੇਸ਼ਰ ਨੇ ਉਸ ਨੂੰ ਆਸ਼ੀਸ਼ਿਤ ਕਰਕੇ ਦੂਜਿਆਂ ਲਈ ਬਰਕਤ ਦਾ ਕਾਰਨ ਬਣਾਇਆ। ਤੇ ਤੁਸੀਂ ਜਿਹੜੇ ਅੱਜ ਪਰਮੇਸ਼ਰ ਦੇ ਵਿੱਚ ਹੋ, ਤੁਸੀਂ ਤਾਂ ਪਹਿਲਾਂ ਹੀ ਆਸ਼ੀਸ਼ਿਤ ਹੋ। ਬਾਈਬਲ ਸਾਨੂੰ ਦੱਸਦੀ ਹੈ, ਅਗਰ ਤੁਸੀਂ ਨਹੀਂ ਸਮਝ ਰਹੇ ਤਾਂ ਮੈਂ ਇੱਕ ਵਾਰ ਫੇਰ ਤੁਹਾਡਾ ਧਿਆਨ ਦਿਵਾਉਣਾ ਚਾਹੁੰਦਾ। ਪਰਮੇਸ਼ਰ ਦੇ ਵਚਨ 'ਚ ਲਿਖਿਆ ਕਿ ਤੁਸੀਂ ਇਬਰਾਹਿਮ ਦਾ ਬੀਜ ਹੋ, ਤੁਸੀਂ ਇਬਰਾਹਿਮ ਦਾ ਅੰਸ਼ ਹੋ। ਅਸੀਂ ਤੇ ਤੁਸੀਂ ਇਬਰਾਹਿਮ ਦਾ ਅੰਸ਼ ਹਾਂ। ਜੇ ਅਸੀਂ ਇਬਰਾਹਿਮ ਦਾ ਅੰਸ਼ ਹਾਂ ਤਾਂ ਅਸੀਂ ਬਚਪਨ ਤੋਂ, ਮਤਲਬ ਕਿ ਅਸੀਂ ਪੈਦਾ ਹੋਣ ਤੋਂ ਪਹਿਲਾਂ ਹੀ
ਅਸੀਂ ਆਸ਼ੀਸ਼ਿਤ ਹਾਂ। ਅਸੀਂ ਪਹਿਲਾਂ ਹੀ, ਬੇਸ਼ੱਕ ਅਸੀਂ ਪਰਮੇਸ਼ਵਰ ਤੋਂ ਦੂਰ ਸੀ, ਪਰ ਬਾਈਬਲ ਦੱਸਦੀ ਹੈ ਕਿ ਪਰਮੇਸ਼ਵਰ ਨੇ ਸਾਨੂੰ ਪਹਿਲਾਂ ਹੀ ਆਸ਼ੀਸ਼ਿਤ ਕੀਤਾ ਹੋਇਆ ਸੀ। ਪਰਮੇਸ਼ਵਰ ਨੇ ਪਹਿਲਾਂ ਹੀ ਸਾਡੇ ਲਈ ਇੱਕ ਪਲੈਨਿੰਗ, ਇੱਕ ਯੋਜਨਾ ਬਣਾਈ ਹੋਈ ਸੀ, ਜਿਸ ਦੇ ਕਾਰਨ ਅਸੀਂ ਆਪਣੇ ਪੈਦਾ ਹੋਣ ਤੋਂ ਵੀ ਪਹਿਲਾਂ ਹੀ ਆਸ਼ੀਸ਼ਿਤ ਹੋ ਚੁੱਕੇ ਹਾਂ। ਔਰ ਅੱਜ ਤੁਹਾਨੂੰ ਜਾਣਨ ਦੀ ਲੋੜ ਹੈ ਕਿ ਕੀ ਤੁਸੀਂ ਵੀ ਇਸ ਆਸ਼ੀਸ਼ ਦੇ ਭਾਗੀ ਹੋ ਜਾਂ ਨਹੀਂ। ਪਰਮੇਸ਼ਰ ਦਾ ਵਚਨ ਸਾਨੂੰ ਸਫਾਈ ਨਾਲ ਦੱਸਦਾ ਹੈ ਕਿ ਇਬਰਾਹਿਮ ਨੂੰ ਪਰਮੇਸ਼ਰ ਨੇ ਵਾਅਦਾ ਦਿੱਤਾ ਸੀ, ਔਰ ਬਾਈਬਲ ਸਾਨੂੰ ਦੱਸਦੀ ਹੈ ਕਿ ਉਹ ਵਾਅਦੇ ਮਸੀਹ ਵਿੱਚ ਪੂਰੇ ਹੁੰਦੇ ਨੇ। ਜਿਹੜੇ ਵਾਅਦੇ ਮਸੀਹ ਵਿੱਚ ਪੂਰੇ ਹੁੰਦੇ ਨੇ, ਸੋ ਉਹ ਵਾਅਦੇ ਤੁਹਾਡੇ ਵਾਸਤੇ ਵੀ ਹਨ। ਔਰ ਬਾਈਬਲ ਸਾਨੂੰ ਦੱਸਦੀ ਹੈ ਕਿ ਪਰਮੇਸ਼ਰ ਨੇ ਤੁਹਾਡੇ ਲਈ ਪਹਿਲਾਂ ਹੀ ਮਹਾਨ ਕੰਮ ਕੀਤੇ ਨੇ। ਇਹ ਬਹੁਤ ਹੀ ਜ਼ਰੂਰੀ ਹੈ ਕਿ ਅਸੀਂ ਸਮਝੀਏ ਕਿੰਨੀ ਵੱਡੀ ਮਹਾਨ ਗੱਲ ਹੈ ਕਿ ਪਰਮੇਸ਼ਰ ਨੇ ਸਾਨੂੰ ਇਬਰਾਹਿਮ ਦੀ ਜਨਰੇਸ਼ਨ ਦੇ ਵਿੱਚ ਪਰਮੇਸ਼ਰ ਨੇ ਗ੍ਰੇਟਨੈਸ ਦੇ ਨਾਲ ਭਰਿਆ, ਸਾਨੂੰ ਇੱਕ ਮਹਾਨਤਾ ਦੇ ਨਾਲ ਪਰਮੇਸ਼ਰ ਨੇ ਆਪਣੇ ਉੱਤਮ ਆਤਮਾ ਦੇ ਨਾਲ ਸਾਨੂੰ ਆਸ਼ੀਸ਼ਿਤ ਕੀਤਾ ਹੈ। ਔਰ ਇਸ ਲਈ ਬਾਈਬਲ ਸਾਨੂੰ ਦੱਸਦੀ ਹੈ ਕਿ ਤੁਸੀਂ ਹੁਣ ਬਹੁਤ ਸਾਰਿਆਂ ਲੋਕਾਂ ਵਾਸਤੇ ਬਰਕਤ ਦਾ ਕਾਰਨ ਹੋ। ਔਰ ਇਹ ਬਹੁਤ ਜ਼ਰੂਰੀ ਹੈ ਕਿ ਅਸੀਂ ਪਰਮੇਸ਼ਰ ਦੇ ਵਚਨ ਦੇ ਵਿੱਚੋਂ ਇਸ ਗੱਲ ਨੂੰ ਵਿਸ਼ਵਾਸ ਦੇ ਨਾਲ ਰਿਸੀਵ ਕਰੀਏ ਔਰ ਲੈ ਲਈਏ ਕਿ ਪਰਮੇਸ਼ਰ ਦਾ ਆਤਮਾ ਸਾਡੇ ਦਿਲਾਂ ਦੇ ਵਿੱਚ ਅੱਜ ਵਸਦਾ ਹੈ ਔਰ ਪਰਮੇਸ਼ਰ ਨੇ ਤੁਹਾਨੂੰ ਆਸ਼ੀਸ਼ਿਤ ਕੀਤਾ ਹੈ। ਉਤਪਤੀ ਦੀ ਕਿਤਾਬ ਦੇ ਵਿੱਚ ਜਦੋਂ ਅਸੀਂ ਇਬਰਾਹਿਮ ਦੇ ਬਾਰੇ ਪੜ੍ਹਦੇ ਹਾਂ ਤਾਂ ਪੜ੍ਹ ਸਕਦੇ ਹਾਂ 12 ਅਧਿਆਏ ਦੇ ਵਿੱਚ, ਉਤਪਤ ਦਾ 12 ਅਧਿਆਏ ਤੇ ਉਹਦੀ 2 ਆਇਤ ਜਦੋਂ ਬਿਆਨ ਕਰਦੀ ਹੈ, ਅਸੀਂ ਪੜ੍ਹਾਂਗੇ, ਬੜੇ ਧਿਆਨ ਨਾਲ ਸੁਣਾਂਗੇ। ਇਸ ਜਗ੍ਹਾ ਤੇ ਲਿਖਿਆ, ਤੇ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ ਔਰ ਮੈਂ ਤੈਨੂੰ ਅਸੀਸ ਦਿਆਂਗਾ, ਮੈਂ ਤੇਰਾ ਨਾਮ ਵੱਡਾ ਕਰਾਂਗਾ ਔਰ ਤੂੰ ਬਰਕਤ ਦਾ ਕਾਰਨ ਹੋ। ਜਦੋਂ ਬਾਈਬਲ ਦੱਸਦੀ ਕਿ ਇਬਰਾਹਿਮ ਨੂੰ ਪਰਮੇਸ਼ਵਰ ਨੇ ਆਸ਼ੀਸ਼ ਦਿੱਤੀ ਸੀ ਤਾਂ ਉਸ ਨੂੰ ਇਹ ਕਹਿ ਕੇ ਸੱਦਿਆ ਕਿ ਪਰਮੇਸ਼ਵਰ ਨੇ ਉਸ ਨੂੰ ਆਖਿਆ ਕਿ ਤੂੰ ਆਸ਼ੀਸ਼ ਦਾ ਕਾਰਨ ਹੋ ਔਰ ਮੈਂ ਤੈਨੂੰ ਇੱਕ ਵੱਡੀ ਕੌਮ ਬਣਾਵਾਂਗਾ। ਸੋ ਬਾਈਬਲ ਸਾਨੂੰ ਬਿਆਨ ਕਰਦੀ ਹੈ ਕਿ ਯੀਸ਼ੂ ਮਸੀਹ ਦੇ ਵਿੱਚ ਇਹ ਵਾਅਦੇ ਪੂਰੇ ਹੁੰਦੇ ਨੇ। ਇੱਕ ਆਇਤ ਹੋਰ ਅਸੀਂ ਉਤਪਤ ਦੀ ਕਿਤਾਬ ਦੇ ਵਿੱਚ 26 ਅਧਿਆਏ ਦੀ 4 ਆਇਤ ਨੂੰ ਪੜ੍ਹਦੇ ਹਾਂ ਤਾਂ ਲਿਖਿਆ ਹੈ, ਔਰ ਮੈਂ ਤੇਰੀ ਅੰਸ਼ ਨੂੰ ਆਕਾਸ਼ ਦੇ ਤਾਰਿਆਂ ਵਾਂਗੂ ਵਧਾਵਾਂਗਾ ਔਰ ਮੈਂ ਤੇਰੀ ਅੰਸ਼ ਨੂੰ ਇਹ ਸਾਰੇ ਦੇਸ਼ ਦਿਆਂਗਾ ਔਰ ਤੇਰੀ ਅੰਸ਼ ਤੋਂ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ। ਮੇਰੇ ਭੈਣੋ ਭਰਾਵੋ, ਇਸ ਵਚਨ ਨੂੰ ਗੌਰ ਨਾਲ ਸੁਣੋ। ਲਿਖਿਆ ਹੈ, ਔਰ ਮੈਂ ਤੇਰੀ ਅੰਸ਼ ਨੂੰ ਆਕਾਸ਼ ਦੇ ਤਾਰਿਆਂ ਵਾਂਗੂ ਵਧਾਵਾਂਗਾ ਔਰ ਮੈਂ ਤੇਰੇ ਅੰਸ਼ ਨੂੰ ਇਹ ਸਾਰੇ ਦੇਸ਼ ਦਿਆਂਗਾ ਔਰ ਤੇਰੀ ਅੰਸ਼ ਤੋਂ ਧਰਤੀ ਦੀਆਂ ਸਾਰੀਆਂ ਕੌਮਾਂ ਬਰਕਤ ਪਾਉਣਗੀਆਂ। ਪਰਮੇਸ਼ਰ ਦਾ ਵਚਨ ਆਖਦਾ ਹੈ ਕਿ ਅੱਜ ਪੂਰੇ ਸੰਸਾਰ ਦੇ ਵਿੱਚ ਪਰਮੇਸ਼ਵਰ ਦੇ ਲੋਕ ਹਰੇਕ ਦੇਸ਼ ਵਿੱਚ ਪਾਏ ਜਾਂਦੇ ਨੇ। ਪਰਮੇਸ਼ਵਰ ਦੇ ਪਿਆਰੇ ਮਸੀਹੀ ਲੋਕ, ਪਰਮੇਸ਼ਵਰ ਦੇ ਚੁਣੇ ਹੋਏ ਲੋਕ ਜਿਹੜੇ ਉਹਦੇ ਵਚਨ ਨੂੰ ਜਾਣਦੇ ਨੇ, ਸਾਰੇ ਸੰਸਾਰ ਦੇ ਵਿੱਚ ਅੱਜ ਮੌਜੂਦ ਨੇ। ਕਿਉਂ ਮੌਜੂਦ ਨੇ? ਕਿਉਂਕਿ ਪਰਮੇਸ਼ਵਰ ਨੇ ਇੱਕ ਵਾਅਦਾ ਕੀਤਾ ਸੀ ਔਰ ਜਿਹੜਾ ਅਸੀਂ ਪੜ੍ਹਿਆ ਹੈ ਇਬਰਾਹਿਮ ਦੇ ਨਾਲ ਕਿ ਸਾਰਿਆਂ ਦੇਸ਼ਾਂ ਦੇ ਵਿੱਚ ਪਰਮੇਸ਼ਵਰ ਉਹਦੇ ਲੋਕਾਂ ਨੂੰ, ਉਹਦੇ ਵੰਸ਼ ਨੂੰ ਫੈਲਾਵੇਗਾ, ਸਾਰੇ ਦੇਸ਼ ਉਹਨਾਂ ਨੂੰ ਦੇਵੇਗਾ। ਅੱਜ ਸਾਨੂੰ ਪੂਰੇ ਸੰਸਾਰ ਦੇ ਵਾਸਤੇ ਬਾਈਬਲ ਗੱਲ ਕਰ ਰਹੀ ਹੈ ਕਿ ਪੂਰੇ ਸੰਸਾਰ ਦੇ ਵਾਸਤੇ ਆਸ਼ੀਸ਼ ਦਾ ਕਾਰਨ ਬਣਨ ਵਾਸਤੇ ਸੱਦਿਆ ਗਿਆ ਹੈ। ਤੁਸੀਂ ਕਿਸੇ ਵੀ ਦੇਸ਼ ਵਿੱਚ, ਕਿਸੇ ਵੀ ਭਾਸ਼ਾ ਵਿੱਚ ਕਿਉਂ ਨਾ ਰਹਿੰਦੇ ਹੋਵੋ, ਪਰ ਪਰਮੇਸ਼ਵਰ ਨੇ ਤੁਹਾਨੂੰ ਉੱਥੇ ਇਸ ਲਈ ਰੱਖਿਆ ਹੈ ਤਾਂ ਕਿ ਤੁਸੀਂ ਉਸ ਦੇਸ਼ ਲਈ ਇੱਕ ਬਰਕਤ ਦਾ, ਆਸ਼ੀਸ਼ ਦਾ ਕਾਰਨ ਬਣ ਸਕੋ। ਪਰਮੇਸ਼ਵਰ ਦਾ ਵਚਨ ਕਹਿੰਦਾ, ਇਬਰਾਹਿਮ ਤੇਰੇ ਕਾਰਨ ਧਰਤੀ ਦੀਆਂ ਸਾਰੀਆਂ ਕੌਮਾਂ ਆਸ਼ੀਸ਼ ਪਾਉਣਗੀਆਂ। ਕੀ ਤੁਸੀਂ ਜਾਣਦੇ ਹੋ ਕਿ ਪਰਮੇਸ਼ਵਰ ਅੱਜ ਇਬਰਾਹਿਮ ਦੀ ਜਦੋਂ ਗੱਲ ਕਰਦਾ ਹੈ ਤਾਂ ਪਰਮੇਸ਼ਵਰ ਇਹ ਵਾਅਦਾ ਉਹਦੀ ਸੰਤਾਨ ਵਿੱਚ ਪੂਰਾ ਕਰਦਾ ਹੈ। ਔਰ ਉਹਦੀ ਸੰਤਾਨ ਕੌਣ ਹੈ? ਅਸੀਂ ਦੇਖਦੇ ਹਾਂ ਪਰਮੇਸ਼ਵਰ ਦੇ ਵਚਨ ਦੇ ਵਿੱਚ ਇੱਕ ਆਇਤ ਹੋਰ ਪੜਾਂਗੇ, ਗਲਾਤੀਆਂ ਦੀ ਕਿਤਾਬ ਉਹਦਾ 3 ਅਧਿਆਏ, ਗਲਾਤੀਆਂ ਦੀ ਕਿਤਾਬ ਦਾ 3 ਅਧਿਆਏ ਔਰ ਉਹਦਾ 29 ਮਤਲਬ 29ਵਾਂ ਵਚਨ। ਇਸ ਜਗ੍ਹਾ ਤੇ ਪੜ੍ਹਦੇ ਹਾਂ, ਔਰ ਜੇ ਤੁਸੀਂ ਮਸੀਹ ਦੇ ਹੋ ਤਾਂ ਇਬਰਾਹਿਮ ਦੀ ਅੰਸ਼ ਅਤੇ ਵਚਨ ਦੇ ਅਨੁਸਾਰ ਅਧਿਕਾਰੀ ਹੋ। ਹਾਲੇਲੂਇਆ। ਇੱਕ ਵਾਰ ਫੇਰ ਵਚਨ ਤੇ ਧਿਆਨ ਦਿਓ, ਔਰ ਜੇ ਤੁਸੀਂ ਮਸੀਹ ਦੇ ਹੋ ਤਾਂ ਇਬਰਾਹਿਮ ਦੀ ਅੰਸ਼ ਅਤੇ ਵਚਨ ਦੇ ਅਨੁਸਾਰ ਅਧਿਕਾਰੀ ਹੋ। ਬਾਈਬਲ ਸਾਨੂੰ ਦੱਸਦੀ ਹੈ ਕਿ ਅਗਰ ਤੁਸੀਂ ਮਸੀਹ ਦੇ ਹੋ, ਔਰ ਮੈਂ ਜਾਣਦਾ ਕਿ ਅੱਜ ਜਿੰਨੇ ਤੁਸੀਂ ਵਚਨ ਨੂੰ ਸੁਣ ਰਹੇ ਹੋ ਤੁਸੀਂ ਸਭ ਮਸੀਹ ਦੇ ਹੋ। ਤੁਸੀਂ ਪਰਮੇਸ਼ਵਰ ਦੇ ਪੁੱਤਰ ਮਸੀਹ ਉੱਤੇ ਵਿਸ਼ਵਾਸ ਲਿਆਂਦਾ ਹੈ। ਤੁਸੀਂ ਪ੍ਰਭੂ ਯੀਸ਼ੂ ਮਸੀਹ ਨੂੰ ਆਪਣਾ ਪ੍ਰਭੂ ਤੇ ਮੁਕਤੀਦਾਤਾ ਸਵੀਕਾਰ ਕੀਤਾ ਹੈ
ਔਰ ਅੱਜ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਜਦੋਂ ਅੱਜ ਪਾਮ ਸੰਡੇ ਹੈ, ਅੱਜ ਪਾਮ ਸੰਡੇ ਵਾਲੇ ਦਿਨ ਅਸੀਂ ਪ੍ਰਭੂ ਦੇ ਵਚਨ ਨੂੰ ਜਦੋਂ ਤੁਹਾਨੂੰ ਦੱਸ ਰਹੇ ਹਾਂ ਕਿ ਪਰਮੇਸ਼ਵਰ ਤੁਹਾਨੂੰ ਅੱਜ ਸਾਰੇ ਸੰਸਾਰ ਵਾਸਤੇ ਆਸ਼ੀਸ਼ ਦਾ ਕਾਰਨ ਬਣਾਉਣਾ ਚਾਹੁੰਦਾ ਹੈ, ਤਾਂ ਆਓ ਅਸੀਂ ਪਿੱਛੇ ਨਾ ਹਟੀਏ ਔਰ ਸਮਝ ਲਈਏ ਇਸ ਗੱਲ ਨੂੰ ਕਿ ਪਰਮੇਸ਼ਵਰ ਦਾ ਇਹ ਵਾਅਦਾ ਉਹਦੀ ਸੰਤਾਨ ਵਾਸਤੇ, ਮਤਲਬ ਤੁਹਾਡੇ ਲਈ ਤੇ ਸਾਡੇ ਲਈ ਹੈ। ਔਰ ਪਰਮੇਸ਼ਵਰ ਦਾ ਵਚਨ ਅਸੀਂ ਬਹੁਤ ਸਫਾਈ ਨਾਲ ਪੜ੍ਹਿਆ ਹੈ ਕਿ ਜੇ ਤੁਸੀਂ ਮਸੀਹ ਵਿੱਚ ਹੋ ਤਾਂ ਤੁਸੀਂ ਇਬਰਾਹਿਮ ਦਾ ਸੀਡ, ਉਹਦਾ ਵੰਸ਼, ਉਹਦਾ ਅੰਸ਼ ਹੋ। ਔਰ ਜੇ ਤੁਸੀਂ ਇਬਰਾਹਿਮ ਦਾ ਅੰਸ਼ ਹੋ ਤਾਂ ਉਸ ਵਾਅਦੇ ਦੇ ਅਧਿਕਾਰੀ ਹੋ ਜੋ ਇਬਰਾਹਿਮ ਨੂੰ ਮਿਲਿਆ ਸੀ। ਇਬਰਾਹਿਮ ਨੂੰ ਪਰਮੇਸ਼ਵਰ ਨੇ ਵਾਅਦਾ ਕੀਤਾ ਕਿ ਤੂੰ ਹੁਣ ਇਸ ਸੰਸਾਰ ਵਾਸਤੇ ਆਸ਼ੀਸ਼ ਦਾ ਕਾਰਨ ਬਣ, ਮੈਂ ਤੈਨੂੰ ਬਰਕਤ ਦਵਾਂਗਾ, ਤੇਰੇ ਵੰਸ਼ ਨੂੰ ਸਾਰੇ ਦੇਸ਼ ਦਵਾਂਗਾ, ਤੇਰੇ ਕਾਰਨ ਧਰਤੀ ਦੇ ਸਾਰੇ ਘਰਾਣੇ ਆਸ਼ੀਸ਼ਿਤ ਹੋਣਗੇ। ਕਿਉਂ ਮੇਰੇ ਭੈਣੋ ਭਰਾਵੋ, ਅੱਜ ਤੁਹਾਡੇ ਇਰਦ ਗਿਰਦ ਲੋਕ ਅੱਜ ਦੁਖੀ ਤੇ ਪਰੇਸ਼ਾਨ ਨੇ, ਤੁਹਾਨੂੰ ਉਹਨਾਂ ਵਾਸਤੇ ਬਰਕਤ ਦਾ ਕਾਰਨ ਬਣਨ ਵਾਸਤੇ ਸੱਦਿਆ ਗਿਆ ਹੈ। ਆਓ ਅਸੀਂ ਉਹਨਾਂ ਵਾਸਤੇ ਦੁਆ ਕਰੀਏ, ਆਓ ਅਸੀਂ ਉਹਨਾਂ ਨੂੰ ਪਰਮੇਸ਼ਵਰ ਦੀ ਉਸ ਗ੍ਰੇਟਨੈਸ ਦੇ ਨਾਲ ਇਸ ਸੰਸਾਰ ਨੂੰ ਆਸ਼ੀਸ਼ਿਤ ਕਰੀਏ, ਆਓ ਅਸੀਂ ਪੂਰੀ ਦੁਨੀਆ ਦੇ ਲਈ ਬਰਕਤ ਦਾ ਕਾਰਨ ਬਣੀਏ। ਮੇਰੇ ਭੈਣੋ ਭਰਾਵੋ, ਮੈਂ ਜਾਣਦਾ ਕਿ ਅੱਜ ਅਗਰ ਤੁਸੀਂ ਵਿਸ਼ਵਾਸ ਨਾਲ ਕਬੂਲ ਕੀਤਾ ਹੈ ਤਾਂ ਮੈਂ ਤੁਹਾਨੂੰ ਆਖਦਾ ਹਾਂ ਕਿ ਤੁਸੀਂ ਅੱਜ ਤੋਂ ਹੀ ਆਪਣੀ ਲਾਈਫ ਦੇ ਵਿੱਚ ਇੱਕ ਵੱਡੀ ਬਰਕਤ ਨੂੰ ਵੇਖੋਗੇ। ਤੁਸੀਂ ਵੇਖੋਗੇ ਬੇਸ਼ੱਕ ਤੁਹਾਡੇ ਕੋਲ ਕੁਝ ਵੀ ਨਹੀਂ, ਪਰ ਤੁਸੀਂ ਬਹੁਤਿਆਂ ਲਈ ਬਰਕਤ ਦਾ ਕਾਰਨ ਬਣੋਗੇ। ਤੁਹਾਨੂੰ ਕਿੱਥੋਂ ਆ ਰਿਹਾ ਹੈ, ਤੁਹਾਨੂੰ ਕੌਣ ਦੇ ਰਿਹਾ ਹੈ, ਤੁਹਾਡੇ ਕੋਲ ਕਿੱਦਾਂ ਆ ਰਿਹਾ ਹੈ, ਤੁਸੀਂ ਵੀ ਨਹੀਂ ਸਮਝ ਪਾਓਗੇ। ਪਰਮੇਸ਼ਵਰ ਆਪੇ ਹੀ ਇੰਤਜ਼ਾਮ ਕਰੇਗਾ, ਪਰਮੇਸ਼ਵਰ ਆਪ ਹੀ ਤੁਹਾਨੂੰ ਬਰਕਤ ਦੇਵੇਗਾ। ਮੇਰੇ ਭੈਣੋ ਭਰਾਵੋ, ਇਹ ਵਚਨ ਮੈਂ ਆਪਣੀ ਲਾਈਫ ਦੇ ਵਿੱਚ ਪੂਰਿਆਂ ਹੁੰਦਿਆਂ ਵੇਖਿਆ ਹੈ, ਕਿਉਂਕਿ ਜਦੋਂ ਸਾਨੂੰ ਸਭ ਨੇ ਛੱਡ ਦਿੱਤਾ, ਪਰਮੇਸ਼ਵਰ ਨੇ ਸਾਨੂੰ ਨਹੀਂ ਛੱਡਿਆ ਔਰ ਇਸ ਵਚਨ ਨੇ ਸਾਨੂੰ ਬੜੀ ਹੀ ਆਸ਼ੀਸ਼ ਦਿੱਤੀ। ਔਰ ਵਚਨ ਦੇ ਮੁਤਾਬਕ ਸੱਚਮੁੱਚ ਪਰਮੇਸ਼ਵਰ ਸਾਨੂੰ ਉਹਨਾਂ ਸਾਰੀਆਂ ਮੁਸ਼ਕਲਾਂ ਵਿੱਚੋਂ ਬਾਹਰ ਕੱਢ ਲਿਆਇਆ ਜਿਹਦਾ ਵਾਅਦਾ ਪਰਮੇਸ਼ਵਰ ਨੇ ਆਪਣੇ ਵਚਨ ਵਿੱਚ ਦਿੱਤਾ ਸੀ। ਹਾਲੇਲੂਇਆ। ਮੈਂ ਤੁਹਾਨੂੰ ਦੱਸਣਾ ਚਾਹੁੰਦਾ ਕਿ ਇਸ ਵਚਨ ਤੇ ਈਮਾਨ ਲਿਆਓ ਔਰ ਵਿਸ਼ਵਾਸ ਕਰੋ ਕਿ ਪਰਮੇਸ਼ਵਰ ਤੁਹਾਨੂੰ ਅੱਜ ਤੋਂ ਬਰਕਤ ਦੇਗਾ ਔਰ ਤੁਸੀਂ ਬਰਕਤ ਦੇ ਕਾਰਨ ਹੋਵੋਗੇ। ਤੁਸੀਂ ਬਰਕਤ ਪਾਏ ਹੋਏ ਹੋ ਔਰ ਇਹ ਬਰਕਤ ਤੁਸੀਂ ਜਨਮ ਲੈਣ ਤੋਂ ਪਹਿਲਾਂ ਹੀ ਬਰਕਤ ਪਾਏ ਹੋਏ ਹੋ। ਤੁਸੀਂ ਬੋਰਨ ਅਗੇਨ ਹੋਏ ਹੋ ਮਸੀਹ ਵਿੱਚ ਔਰ ਇਸ ਸੰਸਾਰ ਵਿੱਚ ਪੈਦਾ ਹੋਣ ਤੋਂ ਪਹਿਲਾਂ ਹੀ ਇਹ ਵਾਅਦਾ ਪਰਮੇਸ਼ਵਰ ਨੇ ਇਬਰਾਹਿਮ ਦੇ ਨਾਲ ਕਰ ਦਿੱਤਾ ਸੀ। ਇਹਦਾ ਮਤਲਬ ਕਿ ਅਸੀਂ ਬਚਪਨ ਤੋਂ ਹੀ ਅਸੀਂ ਆਸ਼ੀਸ਼ਿਤ ਹਾਂ। ਪਰਮੇਸ਼ਵਰ ਨੇ ਸਾਨੂੰ ਆਸ਼ੀਸ਼ਿਤ ਕੀਤਾ ਹੈ ਔਰ ਜੋ ਆਸ਼ੀਸ਼ਿਤ ਹੈ ਉਹ ਦੂਜਿਆਂ ਲਈ ਵੀ ਆਸ਼ੀਸ਼ ਦਾ ਕਾਰਨ ਬਣੇਗਾ। ਆਓ ਅਸੀਂ ਪਰਮੇਸ਼ਵਰ ਦਾ ਧੰਨਵਾਦ ਕਰੀਏ, ਆਪਣੀਆਂ ਅੱਖਾਂ ਨੂੰ ਬੰਦ ਕਰੀਏ ਔਰ ਵਿਸ਼ਵਾਸ ਨਾਲ ਇਸ ਵਚਨ ਨੂੰ ਲਈਏ ਕਿ ਸੱਚਮੁੱਚ ਹੁਣ ਜਿਹੜੇ ਮਸੀਹ ਵਿੱਚ ਨੇ ਉਹ ਸੱਚਮੁੱਚ ਇਬਰਾਹਿਮ ਦੀ ਔਲਾਦ ਨੇ, ਇਬਰਾਹਿਮ ਦਾ ਵੰਸ਼ ਨੇ, ਕਿਉਂਕਿ ਇਹ ਵਚਨ ਇਬਰਾਹਿਮ ਨੂੰ ਪ੍ਰਾਪਤ ਹੋਏ ਸਨ ਔਰ ਉਸ ਵਚਨ ਦੇ ਮੁਤਾਬਕ ਤੁਸੀਂ ਅਧਿਕਾਰੀ ਹੋ। ਆਓ ਅਸੀਂ ਪ੍ਰਾਰਥਨਾ ਕਰੀਏ। ਹਾਲੇਲੂਇਆ। ਪਿਆਰੇ ਪਿਤਾ, ਅਸੀਂ ਵਿਸ਼ਵਾਸ ਕਰਦੇ ਹਾਂ ਕਿ ਅਸੀਂ ਇਬਰਾਹਿਮ ਦਾ ਵੰਸ਼ ਹਾਂ ਔਰ ਪਿਆਰੇ ਪਿਤਾ, ਅਸੀਂ ਵਿਸ਼ਵਾਸ ਕਰਦੇ ਹਾਂ ਕਿ ਤੂੰ ਸਾਨੂੰ ਇੱਕ ਡਿਵਾਈਨ ਵਿਜ਼ਡਮ, ਆਪਣੀ ਅਲੌਕਿਕ ਨੌਲੇਜ, ਗਿਆਨ ਔਰ ਪਿਆਰੇ ਪ੍ਰਭੂ ਸਾਨੂੰ ਆਪਣੀ ਪਾਵਰ ਪਿਆਰੇ ਪ੍ਰਭੂ ਜੀ ਦਿੱਤੀ ਹੈ। ਤੇਰਾ ਧੰਨਵਾਦ ਕਰਦੇ ਹਾਂ ਮਹਾਨ ਪਿਤਾ ਪਰਮੇਸ਼ਵਰ, ਤੇਰੇ ਅਨੋਖੇ ਕੰਮਾਂ ਵਾਸਤੇ ਜਿਸ ਦੇ ਦੁਆਰਾ ਪਿਆਰੇ ਪ੍ਰਭੂ ਜੀ ਤੂੰ ਸਾਡੇ ਨਾਲ ਆਪਣੀ ਹਜ਼ੂਰੀ ਨੂੰ ਪ੍ਰਗਟ ਕਰਦਾ ਹੈ। ਧੰਨਵਾਦ ਕਰਦੇ ਹਾਂ ਪਿਆਰੇ ਪ੍ਰਭੂ ਜੀ ਕਿ ਪੂਰੇ ਸੰਸਾਰ ਦੇ ਵਾਸਤੇ ਸਾਨੂੰ ਆਸ਼ੀਸ਼ ਦਾ ਕਾਰਨ ਬਣਨ ਵਾਸਤੇ ਤੁਸੀਂ ਸੱਦਿਆ ਹੈ। ਧੰਨਵਾਦ ਕਰਦੇ ਹਾਂ ਪਿਆਰੇ ਪ੍ਰਭੂ ਕਿ ਤੁਸੀਂ ਸਾਨੂੰ ਆਪਣਾ ਮਸਾ ਦਿੱਤਾ ਹੈ, ਸਾਡੇ ਤੇ ਆਪਣਾ ਅਭਿਸ਼ੇਕ ਰੱਖਿਆ ਹੈ ਤਾਂ ਕਿ ਪਿਆਰੇ ਪ੍ਰਭੂ ਅਸੀਂ ਸੰਸਾਰ ਦੀਆਂ ਸਾਰੀਆਂ ਪ੍ਰੋਬਲਮਸ ਦਾ ਸੋਲੂਸ਼ਨ ਬਣ ਸਕੀਏ, ਉਹਨਾਂ ਲਈ ਆਸ਼ੀਸ਼ ਬਣ ਸਕੀਏ ਪੂਰੇ ਸੰਸਾਰ ਦੇ ਵਾਸਤੇ। ਪਿਆਰੇ ਪ੍ਰਭੂ ਜੀ, ਤੁਸੀਂ ਆਪਣੇ ਲੋਕਾਂ ਨੂੰ ਮਹਾਨ ਪਿਤਾ ਪਰਮੇਸ਼ਵਰ ਜਗਤ ਦੇ ਚਾਨਣ ਬਣਾਇਆ ਹੈ, ਧਰਤੀ ਦੇ ਨਮਕ ਬਣਾਇਆ ਹੈ। ਧੰਨਵਾਦ ਕਰਦੇ ਹਾਂ ਤੇਰੇ ਵਚਨ 'ਚ ਲਿਖਿਆ ਕਿ ਤੁਹਾਡੇ ਕਾਰਨ ਧਰਤੀ ਦੇ ਸਾਰੇ ਘਰਾਣੇ ਆਸ਼ੀਸ਼ਿਤ ਹੋਣਗੇ। ਪਿਆਰੇ ਪ੍ਰਭੂ ਜੀ, ਅਸੀਂ ਪ੍ਰਾਰਥਨਾ ਕਰਦੇ ਹਾਂ, ਧੰਨਵਾਦ ਕਰਦੇ ਹਾਂ ਤੇਰੇ ਵਚਨ ਦੇ ਮੁਤਾਬਕ ਕਿ ਪੂਰਾ ਸੰਸਾਰ ਪਿਆਰੇ ਪ੍ਰਭੂ ਜੀ ਅੱਜ ਤੇਰੀ ਸ਼ਾਂਤੀ ਨੂੰ, ਪਿਆਰੇ ਪ੍ਰਭੂ ਤੇਰੇ ਆਨੰਦ ਨੂੰ ਮਹਾਨ ਪ੍ਰਭੂ ਜੀ ਯਿਸੂ ਮਸੀਹ ਦੇ ਨਾਮ ਵਿੱਚ ਪਾ ਸਕੇ। ਧੰਨਵਾਦ ਕਰਦੇ ਹਾਂ ਤੇਰੇ ਸਮਰਥੀ ਵਚਨ ਦੇ ਲਈ ਜਿਸ ਦੇ ਦੁਆਰਾ ਤੁਸੀਂ ਸਾਡੇ ਨਾਲ ਗੱਲ ਕੀਤੀ ਹੈ। ਧੰਨਵਾਦ ਕਰਦੇ ਹਾਂ ਪਿਆਰੇ ਪ੍ਰਭੂ ਜੀ ਜਿਨ੍ਹਾਂ ਨੇ ਅੱਜ ਵਿਸ਼ਵਾਸ ਦੇ ਨਾਲ ਇਸ ਵਚਨ ਨੂੰ ਲਿਆ ਹੈ ਔਰ ਅਸੀਂ ਪ੍ਰਾਰਥਨਾ ਕਰਦੇ ਹਾਂ ਕਿ ਇਹਨਾਂ ਦੀਆਂ ਜ਼ਿੰਦਗੀਆਂ ਹੁਣ ਖਾਲੀ ਨਾ ਰਹਿਣ। ਪ੍ਰਭੂ ਯਿਸੂ ਮਸੀਹ ਦੇ ਨਾਮ ਵਿੱਚ ਇਹ ਆਸ਼ੀਸ਼ ਦਾ ਕਾਰਨ ਬਣ ਜਾਣ, ਦੂਜਿਆਂ ਵਾਸਤੇ ਵੀ, ਪੂਰੇ ਸੰਸਾਰ ਦੇ ਵਿੱਚ ਪਿਆਰੇ ਪ੍ਰਭੂ
ਆਪਣੀ ਗ੍ਰੇਟਨੈਸ ਦੇ ਨਾਲ ਪਿਆਰੇ ਪ੍ਰਭੂ ਜੀ ਇਹ ਦੂਜਿਆਂ ਨੂੰ ਮਹਾਨ ਪ੍ਰਭੂ ਆਸ਼ੀਸ਼ ਦਾ ਕਾਰਨ ਬਣ ਜਾਣ। ਬਲੈਸ ਕਰੋ ਇੱਕ ਇੱਕ ਜ਼ਿੰਦਗੀ ਨੂੰ ਪਿਆਰੇ ਪ੍ਰਭੂ ਯਿਸੂ ਮਸੀਹ ਦੇ ਪਵਿੱਤਰ ਔਰ ਸਮਰਥੀ ਨਾਮ ਵਿੱਚ ਮੰਗਦੇ ਹਾਂ, ਆਮੀਨ ਆਮੀਨ। ਗॉड ਬਲੈਸ ਯੂ। ਪ੍ਰਭੂ ਤੁਹਾਨੂੰ ਸਾਰਿਆਂ ਨੂੰ ਆਸ਼ੀਸ਼ ਦੇਵੇ, ਆਮੀਨ। ਸਾਰਿਆਂ ਨੂੰ ਜੈ ਮਸੀਹ ਦੀ। ਪਰਮੇਸ਼ਰ ਦਾ ਧੰਨਵਾਦ ਹੈ ਔਰ ਮੈਂ ਵਿਸ਼ਵਾਸ ਕਰਦਾ ਕਿ ਤੁਸੀਂ ਇਹਨਾਂ ਵਚਨਾਂ ਦੇ ਦੁਆਰਾ ਆਸ਼ੀਸ਼ ਪਾਈ ਹੈ। ਜੇ ਤੁਸੀਂ ਸੱਚਮੁੱਚ ਆਸ਼ੀਸ਼ਿਤ ਹੋਏ ਹੋ, ਤੁਹਾਨੂੰ ਪਰਮੇਸ਼ਰ ਨੇ ਆਪਣੇ ਵਚਨ ਦੇ ਦੁਆਰਾ ਗੱਲ ਕੀਤੀ ਤੁਹਾਡੇ ਨਾਲ ਤੇ ਤੁਹਾਨੂੰ ਕਾਇਲ ਕੀਤਾ ਹੈ, ਔਰ ਮੈਂ ਬੇਨਤੀ ਕਰਦਾ ਕਿ ਇਸ ਵਚਨ ਨੂੰ ਸੀਮਤ ਨਾ ਰੱਖੋ, ਉਹ ਤੁਸੀਂ ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਉਹਨਾਂ ਸਭ ਭੈਣਾਂ ਭਰਾਵਾਂ ਦੇ ਨਾਲ ਜਿਨ੍ਹਾਂ ਨੂੰ ਤੁਸੀਂ ਜਾਣਦੇ ਹੋ, ਔਰ ਉਹਨਾਂ ਤੱਕ ਪਰਮੇਸ਼ਰ ਦਾ ਇਹ ਸੁਨੇਹਾ ਜ਼ਰੂਰ ਪਹੁੰਚਾਓ ਔਰ ਪਰਮੇਸ਼ਰ ਤੁਹਾਨੂੰ ਬਹੁਤਾਇਤ ਨਾਲ ਬਰਕਤ ਦੇਵੇਗਾ। ਤੁਸੀਂ ਇਸ ਮੈਸੇਜ ਨੂੰ ਦੂਜਿਆਂ ਤੱਕ ਪਹੁੰਚਾਉਣ ਦੇ ਲਈ ਇਸ ਦਾ ਲਿੰਕ ਸ਼ੇਅਰ ਕਰ ਸਕਦੇ ਹੋ। ਤੁਸੀਂ ਆਪਣੇ WhatsApp ਤੇ ਸੈਂਡ ਕਰ ਸਕਦੇ ਹੋ। ਜਿੱਥੇ ਜਿੱਥੇ ਤੁਹਾਨੂੰ ਲੱਗਦਾ ਹੈ ਕਿ ਤੁਸੀਂ ਜਿਸ ਵੀ ਸਾਧਨ ਨਾਲ ਦੂਜਿਆਂ ਤੱਕ ਇਹ ਮੈਸੇਜ ਪਹੁੰਚਾ ਸਕਦੇ ਹੋ ਤਾਂ ਪਲੀਜ਼ ਪਹੁੰਚਾਓ, ਔਰ ਇਸ ਦੇ ਨਾਲ ਪਰਮੇਸ਼ਰ ਤੁਹਾਨੂੰ ਹੋਰ ਵੀ ਆਸ਼ੀਸ਼ ਕਰੇ।